ਅਸੀਂ ਕੱਲ ਇੱਥੇ ਤੱਕ ਪੜ੍ਹ ਲਿਆ ਸੀ, ਹਨਾ? ਉਹ ਬਣਾਏ ਸੀ ਹਾਂਜੀ ਕੁਐਸਚਨ ਬਣਾਏ ਸੀ। ਕੁਐਸਚਨ ਹਾਂ ਬਣਾ ਲਏ ਸੀ ਉਹ ਤਾਂ ਉਦੋਂ ਹੀ। ਨਹੀਂ, ਉਸ ਤੋਂ ਬਾਅਦ ਗ੍ਰਾਫ ਵੀ ਤਾਂ ਬਣਾਣੇ ਸੀ ਉਹਨਾਂ ਦੇ। ਗ੍ਰਾਫ ਤੋਂ ਜੀ ਸੌਖੇ ਹੀ ਆ, ਬਣਾ ਲੈਣੇ। ਸੌਖੇ ਨਹੀਂ ਬਣਾ ਨਾ ਕੇ ਭੇਜ ਬਣਾਣੇ ਆ। ਦਿੰਦੇ ਨੇ, ਹਾਂ, ਸਵੇਰੇ ਬਣਾਣੇ ਆ। ਸਵੇਰੇ ਭੇਜ ਦਿੰਦੇ। ਹਾਂਜੀ ਅੱਛਾ, ਉਸ ਤੋਂ ਬਾਅਦ ਇਹ ਦੇਖ ਰਹੇ ਕੀ ਸਮੀਕਰਨ ਜੋੜਾਂ ਦਾ ਆਲੇਖੀ ਵਿਧੀ ਨਾਲ ਹੱਲ। ਕਹਿਣ ਦਾ ਮਤਲਬ ਕਿ ਰੇਖੀ ਸਮੀਕਰਨ ਮਤਲਬ ਲੀਨੀਅਰ ਇਕੁਏਸ਼ਨ, ਪੇਅਰ ਦੋ ਲੀਨੀਅਰ ਇਕੁਏਸ਼ਨਾਂ ਵਾ, ਹਾਂਜੀ ਉਹਨਾਂ ਦਾ ਹੱਲ ਕਿਸ ਤਰ੍ਹਾਂ ਕਰਨਾ ਅੱਜ ਆਲੇਖੀ ਰੂਪ ਨਾਲ। ਆਲੇਖੀ ਮਤਲਬ ਗ੍ਰਾਫਿਕਲੀ। ਗ੍ਰਾਫਿਕਲੀ। ਚਲੋ ਇਹ ਪੜੋ ਹੁਣ। ਪੜੋ ਛੇਤੀ। ਪਿਛਲੇ ਭਾਗ ਵਿੱਚ ਤੁਸੀਂ ਦੇਖਿਆ ਕਿ ਇੱਕ ਰੇਖੀ ਸਮੀਕਰਨ ਜੋੜੇ ਨੂੰ ਕਿਸ ਤਰ੍ਹਾਂ ਗ੍ਰਾਫ ਵਿੱਚ ਦੋ ਰੇਖਾਵਾਂ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਤੁਸੀਂ ਇਹ ਵੀ ਦੇਖਿਆ ਕਿ ਇਹ ਰੇਖਾਵਾਂ ਇੱਕ ਦੂਸਰੇ ਨੂੰ ਕੱਟ ਸਕਦੀਆਂ ਹਨ, ਜਾਂ ਸਮਾਂਤਰ ਹੋ ਸਕਦੀਆਂ ਹਨ, ਜਾਂ ਸੰਪਾਤੀ ਹੋ ਸਕਦੀਆਂ ਹਨ। ਕੀ ਅਸੀਂ ਇਹਨਾਂ ਨੂੰ ਹਰ ਸਥਿਤੀ ਵੱਲ ਵਿੱਚ ਹੱਲ ਕਰ ਸਕਦੇ ਹਾਂ, ਅਤੇ ਜੇਕਰ ਹਾਂ ਤਾਂ ਫਿਰ ਕਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਅਤੇ ਇਹਨਾਂ ਪ੍ਰਸ਼ਨਾਂ ਦਾ ਉੱਤਰ ਜਮਾਇਤੀ ਦ੍ਰਿਸ਼ਟੀ ਨਾਲ ਇਸ ਭਾਗ ਵਿੱਚ ਦੇਵਾਂਗੇ। ਆਓ ਅਸੀਂ ਪਿਛਲੀਆਂ ਉਦਾਹਰਨਾਂ ਨੂੰ ਇੱਕ ਇੱਕ ਕਰਕੇ ਦੇਖੀਏ। ਉਦਾਹਰਨ 1 ਦੀ ਸਥਿਤੀ ਵਿੱਚ ਪਤਾ ਕਰੋ ਕਿ ਅਮਨਦੀਪ ਨੇ ਕਿੰਨੇ ਵਾਰ ਝੂਲੇ ਦੀ ਸਵਾਰੀ ਕੀਤੀ ਅਤੇ ਕਿੰਨੇ ਵਾਰ ਉਪਲਾ ਖੇਡਿਆ। ਚਿੱਤਰ 3.2 ਵਿੱਚ ਤੁਸੀਂ ਦੇਖਿਆ ਕਿ ਇਸ ਸਥਿਤੀ ਨੂੰ ਦਰਸਾਉਣ ਵਾਲੇ ਸਮੀਕਰਨ ਜਮਾਇਤੀ ਨੂੰ ਰੂਪ ਨਾਲ ਬਿੰਦੂ 4,2 ਤੇ ਕੱਟਣ ਵਾਲੀਆਂ ਦੋ ਰੇਖਾਵਾਂ ਨੂੰ ਦਰਸਾਉਂਦੇ ਹਨ। ਇਸ ਲਈ ਜਦੋਂ ਉਹਨਾਂ ਨੇ ਕੱਟਿਆ ਸੀਗਾ ਉਹ ਬਿੰਦੂਆਂ ਨੂੰ ਕੀ ਮਿਲਿਆ? 4,2 ਮਿਲਿਆ, ਯਾਦ ਹੈ ਨਾ? ਹਾਂਜੀ ਇਸ ਲਈ 4,2 ਇਸ ਲਈ ਆ ਰਿਹਾ। ਇਸ ਲਈ ਬਿੰਦੂ 4,2 ਦੋਵਾਂ ਸਮੀਕਰਨ x-2y 0 ਅਤੇ 3xy 4y b ਨੂੰ ਦਰਸਾਉਣ ਵਾਲੀਆਂ ਰੇਖਾਵਾਂ ਤੇ ਸਥਿਤ ਹੈ, ਅਤੇ ਕੇਵਲ ਇਹ ਹੀ ਸਾਂਝਾ ਬਿੰਦੂ ਹੈ। ਆਓ ਅਸੀਂ ਬੀਜ ਗਣਿਤਕ ਰੂਪ ਵਿੱਚ ਇਹ ਸਿੱਧ ਕਰੀਏ ਕਿ x ਬਰਾਬਰ 4 y ਬਰਾਬਰ 2 ਦਿੱਤੇ ਹੋਏ ਸਮੀਕਰਨ ਜੋੜੇ ਦਾ ਇੱਕ ਹੱਲ ਹੈ। ਦੋਵਾਂ ਸਮੀਕਰਨਾਂ ਵਿੱਚ x ਤੇ y ਦਾ ਮੁੱਲ ਰੱਖਣ ਤੇ ਅਸੀਂ ਪ੍ਰਾਪਤ ਕਰਦੇ ਹਾਂ ਕਿ 4 - 2 × 2 = 0 ਅਤੇ 3 × 4 + 4 × 2 = 20 ਹੈ। ਇਸ ਲਈ ਅਸੀਂ ਸਿੱਧ ਕੀਤਾ ਹੈ ਕਿ x ਬਰਾਬਰ 4 ਅਤੇ y ਬਰਾਬਰ 2 ਦੋਵਾਂ ਸਮੀਕਰਨਾਂ ਦਾ ਇੱਕ ਹੱਲ ਹੈ, ਕਿਉਂਕਿ 4,2 ਦੋਵਾਂ ਰੇਖਾਵਾਂ ਦਾ ਕੇਵਲ ਇੱਕ ਸਾਂਝਾ ਬਿੰਦੂ ਹੈ। ਇਸ ਲਈ ਦੋ ਚਲਾਂ ਵਿੱਚ ਰੇਖੀ ਸਮੀਕਰਨ ਜੋੜੇ ਦਾ ਇੱਕ ਅਤੇ ਕੇਵਲ ਇੱਕ ਹੱਲ ਹੈ। ਦੋ ਵਾਰ ਉਪਲਾ ਰੁਕ ਜਾ, ਤੇਰੀ ਆਵਾਜ਼ ਘਟਾਉਣ ਲੱਗ ਪਈ ਹੈ। ਤੇਰੀ ਆਵਾਜ਼ ਫਿਰ ਘਟਾਉਣ ਲੱਗ ਪਈ ਸੀ। ਠੀਕ ਹੈ, ਹੁਣ ਇਹ ਉਹਨਾਂ ਨੇ ਕਿਹਾ ਕਿ ਪਹਿਲੀ ਉਦਾਹਰਨ 'ਚ ਮੇਰੀ ਆਵਾਜ਼ ਤੇ ਆ ਰਹੀ ਹੈ ਨਾ? ਹਾਂਜੀ। ਪਹਿਲੀ ਉਦਾਹਰਨ 'ਚ ਜਦੋਂ ਤੁਸੀਂ ਸੋਲਵ ਕੀਤੀ ਤੇ ਕੀ ਇੱਥੋਂ ਤੁਹਾਨੂੰ ਮਿਲਿਆ ਕਿ ਇਹ ਦੋਨੋਂ ਲਾਈਨਾਂ ਇੱਕ ਪੁਆਇੰਟ ਤੇ ਇੰਟਰਸੈਕਟ ਕਰਨ ਦੀਆਂ। ਮਤਲਬ ਇਹ ਜਿਹੜਾ ਪੁਆਇੰਟ ਹੈਗਾ 4,2। ਹੈਲੋ, ਹੈਲੋ। ਸ਼ਾਮ ਹੁਣ ਤੇਰਾ ਚੱਲਿਆ ਨੈਟ। ਫੇਰ ਮੈਂ ਲੈਫਟ ਹੋ ਗਿਆ। ਅੱਛਾ, ਬੁਰਾ ਹਾਲ ਕੀਤਾ ਹੋਇਆ ਇਹਨੇ। ਹੁਣ ਆ ਰਹੀ ਹੈ ਨਾ ਆਵਾਜ਼? ਹਾਂਜੀ। ਤੇ x - y ਤੇ ਇਹ ਦੋ ਇਕੁਏਸ਼ਨਾਂ ਸੀ, ਤੇ ਇਹ ਜਿਹੜਾ 4,2 ਪੁਆਇੰਟ ਹੈ ਨਾ, ਇੱਥੋਂ ਕੀ ਸਿੱਧ ਹੁੰਦਾ ਹੈ ਕਿ ਇਹ ਦੋਨੋਂ ਰੇਖਾਵਾਂ ਦਾ ਕੇਵਲ ਇੱਕ ਅਤੇ ਇੱਕ ਸਾਂਝਾ ਬਿੰਦੂ ਹੈ। ਠੀਕ ਹੈ, ਹਾਂਜੀ, ਕਾਮਨ ਪੁਆਇੰਟ ਹੈ। ਠੀਕ ਹੈ, ਸਾਂਝਾ ਬਿੰਦੂ ਹੈ, ਤੇ ਨਾਲੇ ਇਹ ਦੋਨੋਂ ਰੇਖੀ ਸਮੀਕਰਨਾਂ ਦਾ ਇੱਕ ਤੇ ਇੱਕ ਕੇਵਲ ਇੱਕੋ ਹੱਲ ਹੈ। ਉਸੇ ਤਰ੍ਹਾਂ ਉਦਾਹਰਨ 2 ਚ ਕੀ ਕਹਿ ਰਿਹਾ ਵਾ? ਚਲੋ ਪੜ੍ਹਤੇ हैं।
ਉਦਾਹਰਨ 2 ਦੀ ਸਥਿਤੀ ਵਿੱਚ ਕੀ ਤੁਸੀਂ ਹਰੇਕ ਪੈਨਸਲ ਅਤੇ ਹਰੇਕ ਰਬੜ ਦਾ ਮੁੱਲ ਪਤਾ ਕਰ ਸਕਦੇ ਹੋ? ਚਿੱਤਰ 10.10 ਵਿੱਚ ਇਸ ਸਥਿਤੀ ਨੂੰ ਜਮਾਇਤੀ ਰੂਪ ਵਿੱਚ ਇੱਕ ਸੰਪਾਤੀ ਰੇਖਾ ਦੇ ਜੋੜੇ ਦੁਆਰਾ ਦਰਸਾਇਆ ਗਿਆ। ਸਮੀਕਰਨਾਂ ਦੇ ਹੱਲ ਉਹਨਾਂ ਦੇ ਸਾਂਝੇ ਸੰਪਾਤੀ ਰੇਖਾ ਕੀ ਹੁੰਦੀ ਹੈ? ਇੱਕ ਦੂਸਰੇ ਦੇ ਉੱਪਰ ਰੇਖਾ, ਹਾਂ ਇਸ ਤਰ੍ਹਾਂ ਉਹਨਾਂ ਦੇ ਸਾਂਝੇ ਬਿੰਦੂਆਂ ਦੁਆਰਾ ਪ੍ਰਾਪਤ ਹੁੰਦੇ ਹਨ। ਕੀ ਇਹਨਾਂ ਰੇਖਾਵਾਂ ਵਿੱਚ ਕੋਈ ਸਾਂਝਾ ਬਿੰਦੂ ਹੈ? ਗ੍ਰਾਫ ਤੋਂ ਅਸੀਂ ਦੇਖਦੇ ਹਾਂ ਕਿ ਇਸ ਰੇਖਾ ਦਾ ਹਰ ਇੱਕ ਬਿੰਦੂ ਦੋਵਾਂ ਸਮੀਕਰਨਾਂ ਦਾ ਇੱਕ ਹੱਲ ਹੈ। ਇਸ ਲਈ ਸਮੀਕਰਨ ਕਿ ਇੱਥੇ ਇਹ ਵੀ ਇੱਕ ਬਿੰਦੂ, ਇੱਥੇ ਸਾਰੇ ਜਿਹੜੇ ਬਿੰਦੂ ਆ ਜਿੰਨੇ ਵੀ ਆਉਂਦੇ ਆ ਉਹ ਸਾਰੇ ਹੀ ਇਹਦੇ ਹੱਲ ਆ, ਹੈਨਾ? ਇਹਦਾ ਮਤਲਬ ਇਹਦੇ ਕਿੰਨੇ ਹੱਲ ਆ? ਇਨਫਾਈਨਾਈਟ ਹੱਲ ਆ। ਇਹਦਾ ਕਿੰਨਾ ਹੱਲ? ਵਨ ਸੋਲੂਸ਼ਨ ਸੀ ਇਹਦਾ ਇੱਕ ਹੱਲ ਸੀ। ਇਹਦਾ ਇੱਕ ਹੱਲ ਸੀ। ਕਿਹਦਾ ਇੱਕ ਹੱਲ ਸੀ? 4,2 ਦਾ। ਹਾਂ 4,2 ਇੱਕ ਇਕੱਲਾ ਹੱਲ ਸੀ। ਤੇ ਜਦੋਂ ਅਸੀਂ ਦੇਖਿਆ ਕਿ ਸੰਪਤੀ ਆ ਗਈਆਂ, ਇਹ ਤੇ ਇੰਟਰਸੈਕਟਿੰਗ ਲਾਈਨ ਸੀ ਨਾ, ਇਹਨਾਂ ਦਾ ਇੱਕ ਹੱਲ ਸੀ। ਜਦੋਂ ਅਸੀਂ ਦੇਖਿਆ ਸੰਪਤੀ ਆ ਗਈ ਉਹਦੇ ਇਨਫਾਈਨਾਈਟ ਹੱਲ ਸੀ। ਅੱਛਾ, ਤੇ ਅਸੀਂ ਜਦੋਂ ਦੇਖਾਂਗੇ ਹੁਣ ਜਿਹੜੀ ਤੀਸਰੀ ਉਦਾਹਰਨ ਸੀਗੀ ਉਹਦੇ ਚ ਕੀ ਸੀਗਾ, ਇਹ ਪੜੋ। ਤੀਸਰੀ ਉਦਾਹਰਨ ਜਮਾਇਤੀ ਰੂਪ ਦਿੱਤੀ ਹੋਈ ਸਥਿਤੀ ਨੂੰ ਜਮਾਇਤੀ ਰੂਪ ਵਿੱਚ ਦੋ ਸਮਾਂਤਰ ਰੇਖਾਵਾਂ ਨਾਲ ਦਰਸਾਇਆ ਗਿਆ ਹੈ। ਕਿਉਂਕਿ ਰੇਖਾਵਾਂ ਕੱਟਦੀਆਂ ਨਹੀਂ ਹਨ, ਇਹ ਪਟੜੀਆਂ ਇੱਕ ਦੂਸਰੇ ਨੂੰ ਨਹੀਂ ਮਿਲਦੀਆਂ। ਇਸ ਦਾ ਇਹ ਅਰਥ ਹੈ ਇਹਨਾਂ ਸਮੀਕਰਨਾਂ ਦਾ ਕੋਈ ਸਾਂਝਾ ਹੱਲ ਨਹੀਂ ਹੈ। ਇੱਕ ਰੇਖੀ ਸਮੀਕਰਨ ਜੋੜਾ ਜਿਸ ਦਾ ਕੋਈ ਹੱਲ ਨਹੀਂ ਹੁੰਦਾ ਰੇਖੀ ਸਮੀਕਰਨ ਦਾ ਅਸੰਗਤ ਜੋੜਾ ਕਹਾਉਂਦਾ ਹੈ। ਇੱਕ ਰੇਖੀ ਸਮੀਕਰਨ ਜੋੜਾ ਜਿਸ ਦਾ ਹੱਲ ਹੁੰਦਾ ਹੈ ਰੇਖੀ ਸਮੀਕਰਨ ਦਾ ਸੰਗਤ ਜੋੜਾ ਕਹਾਉਂਦਾ ਹੈ। ਤੁਲ ਰੇਖੀ ਸਮੀਕਰਨ ਦੇ ਇੱਕ ਜੋੜੇ ਦੇ ਅਣਗਿਣਤ ਰੂਪ ਵਿੱਚ ਅਨੇਕ ਹੱਲ ਹੁੰਦੇ ਹਨ। ਇਸ ਜੋੜੇ ਨੂੰ ਦੋ ਚਲਾਂ ਦੇ ਰੇਖੀ ਸਮੀਕਰਨ ਦਾ ਆਸ਼ਰਿਤ ਜੋੜਾ ਕਹਿੰਦੇ ਹਨ। ਧਿਆਨ ਦਿਓ ਕਿ ਰੇਖੀ ਸਮੀਕਰਨਾਂ ਦਾ ਆਸ਼ਰਿਤ ਜੋੜਾ ਹਮੇਸ਼ਾ ਸੰਗਤ ਹੁੰਦਾ ਹੈ। ਹੁਣ ਅਸੀਂ ਦੋ ਚਲਾਂ ਹੁਣ ਦੇਖੋ ਉਹਨਾਂ ਨੇ ਕੀ ਕਿਹਾ ਵਾ, ਇਹਦਾ ਤੇ ਕੋਈ ਸੋਲੂਸ਼ਨ ਨਹੀਂ, ਠੀਕ ਹੈ। ਇਹਦਾ ਕੀ ਹੈ? ਇੱਕ ਸੋਲੂਸ਼ਨ, ਵਨ ਸੋਲੂਸ਼ਨ। ਇਹ ਰਿਕਾਰਡ ਹੁੰਦਾ ਪਿਆ ਨਾ, ਇੱਕ ਮਿੰਟ। ਹਾਂ ਰਿਕਾਰਡ ਹੋ ਰਿਹਾ। ਅੱਛਾ, ਤੇ ਇਹਦਾ ਨੋ ਸੋਲੂਸ਼ਨ ਸੀ। ਤੇ ਜਦੋਂ ਅਸੀਂ ਇਹ ਵਾਲੀ ਲਾਈਨ ਦੇਖੀ ਇੱਕ ਦੇ ਉੱਪਰ ਇੱਕ, ਯਾਨੀ ਕਿ ਸੰਪਤੀ ਲਾਈਨ ਚ ਕੀ ਹੁੰਦਾ? ਇਨਫਾਈਨਾਈਟ ਸੋਲੂਸ਼ਨ, ਅਨੇਕਾਂ ਹੱਲ। ਇਹਦਾ ਇੱਕ ਹੱਲ, ਇਹਦਾ ਅਨੇਕਾਂ ਹੱਲ, ਇਹਦਾ ਕੋਈ ਹੱਲ ਨਹੀਂ। ਹੁਣ ਕੀ ਕਹਿੰਦਾ? ਇੱਕ ਰੇਖੀ ਸਮੀਕਰਨ ਆ ਜੋੜਾ ਜਿਸ ਦਾ ਕੋਈ ਹੱਲ ਨਹੀਂ ਹੁੰਦਾ, ਠੀਕ ਹੈ। ਪੇਅਰ ਆਫ ਲੀਨੀਅਰ ਇਕੁਏਸ਼ਨ ਜਿਹਦਾ ਕੋਈ ਹੱਲ ਨਹੀਂ ਹੁੰਦਾ, ਉਸ ਰੇਖੀ ਸਮੀਕਰਨ ਨੂੰ ਕੀ ਬੋਲਦੇ ਆ? ਏਦਾਂ ਦੀਆਂ ਲੀਨੀਅਰ ਇਕੁਏਸ਼ਨ ਨੂੰ ਅਸੰਗਤ ਜੋੜਾ। ਅਸੰਗਤ ਜੋੜਾ, ਠੀਕ। ਜਿਹਦਾ ਕੋਈ ਹੱਲ ਨਹੀਂ, ਨੋ ਸੋਲੂਸ਼ਨ ਆ, ਮਤਲਬ ਉਹ ਲਾਈਨਾਂ ਪੈਰਲਲ ਆ ਤੇ ਇਹੋ ਜਿਹੇ ਰੇਖੀ ਸਮੀਕਰਨ ਦੇ ਜੋੜੇ ਨੂੰ ਕੀ ਬੋਲਦੇ ਆ? ਅਸੰਗਤ ਜੋੜਾ। ਅਸੰਗਤ। ਅੱਛਾ, ਤੇ ਜਿਹਦਾ ਹੱਲ ਹੋਵੇ ਉਹ ਹੁੰਦਾ ਆ ਰੇਖੀ ਸਮੀਕਰਨ, ਮਤਲਬ ਸੰਗਤ ਜੋੜਾ। ਕਹਿਣ ਦਾ ਮਤਲਬ ਕਿ ਦੇਖੋ, ਕਹਿਣ ਦਾ ਮਤਲਬ ਕਿ ਸਾਡੀਆਂ ਲੀਨੀਅਰ ਇਕੁਏਸ਼ਨ, ਪੇਅਰ ਆਫ ਲੀਨੀਅਰ ਇਕੁਏਸ਼ਨ, ਯਾਨੀ ਕਿ ਰੇਖੀ ਸਮੀਕਰਨ ਜੋੜਾ ਹੈ ਨਾ, ਇਹ ਦੋ ਤਰ੍ਹਾਂ ਦਾ ਹੋ ਸਕਦਾ ਹੈ। ਕਿਸ ਤਰ੍ਹਾਂ ਦਾ? ਦੋ ਤਰ੍ਹਾਂ ਦਾ, ਅਸੰਗਤ ਤੇ ਸੰਗਤ। ਯਾਨੀ ਕਿ ਕੰਸਿਸਟੈਂਟ ਤੇ ਇਨਕੰਸਿਸਟੈਂਟ ਤੇ ਕੰਸਿਸਟੈਂਟ। ਹਾਂ ਕੰਸਿਸਟੈਂਟ। ਅੱਛਾ, ਉਸ ਤੋਂ ਬਾਅਦ ਕੰਸਿਸਟੈਂਟ ਚ ਵੀ ਦੋ ਤਰ੍ਹਾਂ ਦੇ ਹੋ ਸਕਦੇ ਆ। ਅਸੰਗਤ ਮਤਲਬ ਜਿਹਦਾ ਹੱਲ ਹੋਵੇ,
ਹੋਵੇ ਤੇ ਜਿਹਦਾ ਹੱਲ ਨਾ ਹੋਵੇ। ਹੱਲ ਜਿਹਦਾ ਨਹੀਂ ਹੈਗਾ ਉਹ ਕਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦਾ ਹੱਲ ਨਹੀਂ ਹੁੰਦਾ? ਨਹੀਂ ਹੁੰਦਾ ਉਹਦਾ ਉਹ ਹੈਗੀ ਅਸੰਗਤ। ਹਾਂ ਮਤਲਬ ਉਹ ਚ ਉਦਾਹਰਨ ਕਿਹੜੀ ਹੁੰਦੀ ਹੈ? ਕੀ ਬੋਲਦੇ ਹਨ, ਸਮਾਂਤਰ ਰੇਖਾਵਾਂ। ਤੇ ਸਮਾਂਤਰ ਰੇਖਾਵਾਂ। ਸਮਾਂਤਰ ਰੇਖਾ है ना, क्योंकि यह पैरेलल हाँ लाइंस जी। है। तो इधर क्या आता है, इसमें क्या आता है? एक मिनट, इधर आंदा एक ਹੁੰਦਾ ਸੰਪਾਤੀ ते ਕਾਟਵੀਆਂ ਰੇਖਾਵਾਂ, ਕੱਟਦੀਆਂ ਰੇਖਾਵਾਂ, है ना। तो ਇੱਕ ਹੈਗੀਆਂ ਤੁਹਾਡੀਆਂ ਪੈਰਲਲ ਲਾਈਨਸ, एक हैगियां ਤੁਹਾਡੀਆਂ, इसको क्या बोलते हैं? ਕਿਹਨੂੰ? जड़ियां संपाती। हाँ संपाती को मैं दसिया सी। संपाती ਨੂੰ ਇੰਗਲਿਸ਼ ਚ कोइंसिडेंट। कोइंसिडेंट कटदियां मतलब इंटरसेक्टिंग, ठीक है, इंटरसेक्ट करना, एक दूसरे ਨੂੰ ਕੱਟਣਾ। ਚਲੋ ਇੰਨੀਆਂ ਤੇ ਹੋ ਗਈਆਂ, ਠੀਕ ਹੈ। ਇਹ ਹੈਗੀਆਂ ਕੋਇਨਸੀਡੈਂਟ, ਇੱਕ ਦੇ ਉੱਪਰ ਇੱਕ ਹੈ ਕੱਟਣ ਵਾਲੀ। ਤੁਲ ਰੇਖੀ ਸਮੀਕਰਨਾਂ ਦੇ ਇੱਕ ਜੋੜੇ ਜਿਹਦਾ ਅਣਗਿਣਤ ਰੂਪਾਂ ਵਿੱਚ ਹੱਲ ਹੁੰਦੇ ਹਨ। ਇਸ ਜੋੜੇ ਦੇ ਨੂੰ ਦੋ ਚਲਾਂ ਦੇ ਰੇਖੀ ਆਸ਼ਰਿਤ ਜੋੜਾ ਕਹਿੰਦੇ ਹਨ। A pair of linear equations which are equivalent has infinitely many distinct common roots. Such a pair is called dependent pair of linear equation in two variables. चलो ये लाइन में बाद चो देखता हूँ, मेरे मन में नहीं समझ आई। Always consistent. हाँ हेलो। समझ गया सी, तेरा नेट बंद हो गया। अरे चलो आगे बढ़ो। भाई मैंने एक क्वेश्चन समझा। हेलो हाँ जी, मैं कहने एक मैंने क्वेश्चन समझा दो 6वें लेसन ਦਾ। 6ਵੇਂ ਲੈਸਨ ਦਾ ਉਹ ਮੈਂ ਵੀ, ਮੈਨੂੰ ਵੀ ਤੁਹਾਡੇ ਨਾਲ ਹੀ ਸਮਝ ਆਂਦੀ ਹੈ। ਮੈਂ ਕਿਹੜੀ ਪੰਜਾਬੀ ਤੇ ਜਾਂ ਤੇ ਹਿੰਦੀ ਇੰਗਲਿਸ਼ ਚ ਹੋਏ ਕੁਐਸਚਨ। ਕੀ ਹੈ ਕੁਐਸਚਨ, ਦਿਖਾ ਮੈਨੂੰ। क्वेश्चन है एक, मैं बोलता क्वेश्चन नहीं बोल के तो मैंने वैसे नहीं समझ आनी पंजाबी च है ना। मैं भेज देवां पे, बुक ते नहीं है वो तो भेज दे। हाँ देख लो। चलो हम उस तो बाद है पढ़।
ਉੱਪਰੋਂ ਹੂੰ ਹਲ ਦੀ ਹੋਂਦ ਨੂੰ ਹੇਠਾਂ ਅਨੁਸਾਰ ਰੇਖਾਵਾਂ ਇੱਕ ਬਿੰਦੂ ਤੇ ਕੱਟ ਸਕਦੀਆਂ ਹਨ। ਹੂੰ ਇਸ ਸਥਿਤੀ ਵਿੱਚ ਸਮੀਕਰਨ ਜੋੜੇ ਦਾ ਕੇਵਲ ਇੱਕ ਵਿਲੱਖਣ ਹੱਲ ਹੁੰਦਾ ਹੈ, ਹੂੰ ਸਮੀਕਰਨਾਂ ਦਾ ਸੰਗਤ ਜੋੜਾ। ਹੂੰ ਰੇਖਾਵਾਂ ਸਮਾਂਤਰ ਹੋ ਸਕਦੀਆਂ ਹਨ। ਇਸ ਸਥਿਤੀ ਵਿੱਚ ਸਮੀਕਰਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਹੁੰਦਾ। ਅਸੰਗਤ ਸਮੀਕਰਨ ਰੇਖ ਜੋੜਾ। ਇਹਦਾ ਰੇਖਾਵਾਂ ਮਤਲਬ ਸੰਪਾਤੀ ਇਹ ਕਿਹੜੀਆਂ ਲਾਈਨਾਂ ਵਾ? ਇੰਟਰਸੈਕਟਿੰਗ ਲਾਈਨਸ। ਇੰਟਰਸੈਕਟਿੰਗ ਹਾਂਜੀ ਲਾਈਨਸ ਦਾ ਕੀ ਹੈ? ਇੱਕ ਯੂਨੀਕ ਸੋਲੂਸ਼ਨ ਹੈ। ਕੀ ਹੈ? ਵਿਲੱਖਣ ਹੱਲ। ਕਿਹਦਾ? ਕੱਟਣ ਵਾਲੀਆਂ ਰੇਖਾਵਾਂ ਦਾ। ਕੱਟਣ ਵਾਲੀਆਂ ਜਿਹੜੀਆਂ ਰੇਖਾਵਾਂ ਸਮਾਂਤਰ ਆ ਉਹਨਾਂ ਦਾ ਕੀ ਹੱਲ ਆ? ਉਹਦੇ ਦੇ ਹੱਲ ਨੂੰ ਕੀ ਕੋਈ ਹੱਲ ਬੋਲਦੇ ਆ? ਨਹੀਂ, ਕੋਈ ਹੱਲ ਨਹੀਂ। ਤੇ ਕੋਈ ਜਿਹੜੀਆਂ ਹੱਲ ਨਹੀਂ। ਸੰਪਾਤੀ ਆ, ਸੰਪਾਤੀ ਦਾ ਕੀ ਹੱਲ ਹੁੰਦੇ ਆ? ਇਨਫਾਈਨਾਈਟ ਹੱਲ ਹੁੰਦੇ ਆ। ਇਨਫਾਈਨਾਈਟ ਹੱਲ। ਹੁਣ ਉਹਨੇ ਐਗਜ਼ਾਮਪਲ ਕਿੱਦਾਂ ਦਿੱਤੀ ਹੈ ਇਹ ਦੇਖੋ। ਅੱਛਾ, ਐਗਜ਼ਾਮਪਲ ਹੈਗੀ ਆ ਇਹ ਕੁਐਸਚਨ ਹੀ ਹੈ। ਕੁਐਸਚਨ ਨੰਬਰ ਐਕਸਰਸਾਈਜ਼ ਦਾ ਪਹਿਲਾ ਕੁਐਸਚਨ ਹੈ ਜਦੋਂ ਹੁਪਲਾ ਵਾਲਾ ਸੀ ਨਾ, ਉਹੀ ਹੈ। ਦੇਖ ਹਾਂਜੀ ਲੈ, ਹੈਨਾ। ਤੇ ਉਹਦੇ ਚ ਕੀ ਦੇਖਿਆ ਸੀ? ਰੇਖਾ ਕੱਟਣ ਦੀਆਂ ਸੀ। ਫਿਰ ਇਹ ਦੂਜਾ ਕੁਐਸਚਨ ਕੀਤਾ, ਹਾਂਜੀ ਇਹਦੇ ਚ ਕੀ ਦੇਖਿਆ? ਰੇਖਾ ਸੰਪਾਤੀ ਸੀ। ਤੀਜਾ ਕੁਐਸਚਨ ਦੇਖਿਆ, ਹਾਂਜੀ ਇਹਦੇ ਚ ਕੀ ਹੈ? ਰੇਖਾ ਸਮਾਂਤਰ ਆ। ਸਮਾਂਤਰ। ਹੁਣ ਉਹ ਕੀ ਕਹਿੰਦਾ ਕਿ ਆਓ ਇੱਕ ਮਿੰਟ, ਹੁਣ ਆਓ ਸਾਰੀਆਂ ਤਿੰਨਾਂ ਉਦਾਹਰਨਾਂ ਵਿੱਚ ਇਹਨਾਂ ਦੇ ਕੋਫੀਸ਼ੀਐਂਟ ਕੰਪੇਅਰ ਕਰਨੇ ਆ। ਠੀਕ ਹੈ। ਕੋਫੀਸ਼ੀਐਂਟ ਕੀ ਹੈ? ਠੀਕ ਜਿਸ ਤਰ੍ਹਾਂ x - 2y, ਚਲੋ ਇਹ ਵਾਲੀ ਨਹੀਂ, ਚਲੋ ਇਹ ਵਾਲੀ ਇਕੁਅਲਸ ਟੂ 0 ਹੈ ਨਾ। ਤੇ ਇੱਥੇ a1 ਹਾਂਜੀ ਕਿੰਨਾ ਵਾ? 1। 1 a2 ਕਿੰਨਾ? 2 -2। 2 ਨਹੀਂ, -2। ਹਾਂਜੀ ਠੀਕ ਹੈ। a3 ਕਿੰਨਾ? 0। A3 0। ਅੱਛਾ, ਹੁਣ ਮੈਨੂੰ ਦੱਸ ਇੱਥੇ ਕਿੰਨਾ? a1 2, 2 a2 3 ਤੇ3 a3 -9। -9। ਇੱਥੇ ਉਹਨਾਂ ਨੇ ਇਹਦਾ ਨਾਮ ਕੀ ਪਾਇਆ? a1 b1 c1। ਤੇ ਅਸੀਂ ਵੀ a1 b1 c1 ਬੋਲਾਂਗੇ। ਠੀਕ ਹੈ। b1 ਕਿੰਨਾ? B1 ਕਿੰਨੇ ਥਰਡ -2। ਪਾਰਟ? ਨਹੀਂ ਨਹੀਂ, ਜਿਹੜਾ a2 ਆ ਨਾ ਫਿਰ ਉਹਨੂੰ ਹੀ b1 ਬੋਲ ਰਿਹਾ ਮੈਂ। ਤੇ c1 8 ਕਿੰਨਾ? 0। 0। ਹੁਣ ਇੱਥੇ a1 ਕਿੰਨਾ? 2, b1 ਕਿੰਨਾ? 2 3 +3 ਤੇ c1 ਪਲੱਸ ਦੇ -9। -3। ਇੱਥੇ ਕਿੰਨਾ? 4 6 -18। ਠੀਕ ਹੈ। ਹਾਂਜੀ ਹੁਣ ਹਾਂਜੀ ਇਹਨਾਂ ਤੋਂ ਹੀ ਸਾਨੂੰ ਪਤਾ ਚੱਲਦਾ ਵਾ ਕਿ ਸਾਡੀ ਕੀ ਸਿਸਟਮ ਹੈ। ਇਕੁਏਸ਼ਨ, ਲੀਨੀਅਰ ਇਕੁਏਸ਼ਨ ਦਾ ਕੀ ਸਿਸਟਮ ਹੈ, ਯਾਨੀ ਕਿ ਰੇਖੀ ਸਮੀਕਰਨ ਕਿਹੜੀ ਹੈ। तो समीकरण ਦਾ ਜੋੜਾ ਉਹਨੇ ਦੇ ਦਿੱਤਾ, ਕੁਝ ਵੀ ਦੇ ਦਿੱਤਾ। ਠੀਕ ਹੈ, ਉਹਨੇ ਆਪਣੇ ਵੱਲੋਂ। ਹਾਂਜੀ ਹੁਣ ਉਹਨੇ ਕੀ ਕਿਹਾ? ਤੁਸੀਂ a1 ਬਟਾ a2 ਕੱਢੋ। a1 ਬਟਾ a2 ਕਿੰਨਾ ਆਇਆ? 1/3। ਠੀਕ ਹੈ। ਹਾਂਜੀ b1 ਬਾਈ b2 -2, ਇਹਦੀ -2 ਤੇ ਇਹਦੀ 4, ਹਾਂਜੀ -2/4 ਤੇ ਇਹਦੀ ਕਿੰਨੀ ਆਈ? 0/-20। B। ਹੁਣ ਇਹ ਦੇਖੋ, ਇਹ 1/2 ਆ ਜਾਏਗੀ। ਹਾਂਜੀ ਇਹ 0 ਹੀ ਰਹੇਗੀ। ਯਾਨੀ ਕਿ ਹਾਂਜੀ ਤਿੰਨੋਂ ਹੀ ਬਰਾਬਰ ਨਹੀਂ ਹੈਗੀਆਂ। ਬਾਕੀ ਹਾਂਜੀ ਤਿੰਨੋਂ ਨੂੰ ਨਹੀਂ ਦੇਖਣਾ, ਤੁਸੀਂ ਸਿਰਫ ਇਹ ਹੀ ਦੇਖਣਾ, ਇਹ ਬਰਾਬਰ ਨਹੀਂ ਹੈਗੀ। ਇਹਦਾ ਮਤਲਬ ਹਾਂਜੀ ਜਦੋਂ ਇਹ ਪਤਾ ਲੱਗ ਗਿਆ ਨਾ ਇਹ ਬਰਾਬਰ ਨਹੀਂ ਹੈਗੀ, ਇਹਦਾ ਮਤਲਬ ਇਹ ਕੀ ਹੈ? ਇਹ ਕੱਟਦੀਆਂ ਰੇਖਾਵਾਂ ਹਨ। ਤੇ ਇਹਨਾਂ ਦਾ ਠੀਕ ਹੈ। ਕੀ ਹੋਏਗਾ? ਵਿਲੱਖਣ ਹੱਲ ਹੋਏਗਾ। ਇੱਕ ਵਿਲੱਖਣ ਹੱਲ। ਅੱਛਾ, ਹੁਣ ਤੁਸੀਂ ਇਹ ਦੇਖਿਆ ਕਿ ਇਹ 1/2 ਆ। ਇਹ ਦੇਖ, ਇਹ 1/2 ਹਾਂਜੀ ਤੇ 3/6, ਇਹ ਵੀ 1/2 ਆ, ਹਾਂਜੀ 2 ਇਹ ਵੀ ਆ 1/2 ਆ। 2 ਆ। ਮਤਲਬ ਤਿੰਨੋਂ ਹੀ ਬਰਾਬਰ ਆ। ਹਾਂਜੀ ਜਦੋਂ ਤਿੰਨੋਂ ਹੀ ਬਰਾਬਰ ਹੁੰਦੀਆਂ ਤੇ ਕਿਹੜੀਆਂ ਆਣੀਆਂ? ਪੈਰਲਲ ਸੰਪਾਤੀ ਲਾਈਨਸ। ਰੇਖਾ ਪੈਰਲਲ। ਨਹੀਂ ਪੈਰਲਲ ਨਹੀਂ। ਸਮਾਂਤਰ ਰੇਖਾ। ਹਾਂ ਉਹ ਸੰਪਾਤੀ। ਹਾਂ, ਸੰਪਾਤੀ ਕੋਇਨਸੀਡੈਂਟ ਲਾਈਨ। ਕੋਇਨਸੀਡੈਂਟ ਲਾਈਨ ਮਤਲਬ ਇਨਫਾਈਨਾਈਟ ਸੋਲੂਸ਼ਨ, ਅਣਗਿਣਤ ਰੂਪ। ਠੀਕ ਹੈ। ਤੇ ਤੀਸਰਾ ਇਹ 'ਚ ਹਾਂਜੀ ਕੀ ਹੁੰਦਾ ਵਾ? ਇਹ 'ਚ ਇਹ ਤੇ ਬਰਾਬਰ ਹੁੰਦੇ ਆ। ਇਹ 'ਚ ਦੇਖਿਆ ਤੇ ਇਹੀ ਨਹੀਂ ਬਰਾਬਰ ਆਇਆ, ਪਰ ਇਹ ਹਾਂਜੀ ਬਰਾਬਰ ਨਹੀਂ ਹੁੰਦਾ ਅੱਗੋਂ। ਠੀਕ ਹੈ। ਇਹ 1/2, ਇਹ ਵੀ 1/2, ਪਰ ਇਹ ਕੀ ਆ ਗਿਆ? 1/3। ਇਸ ਲਈ ਇਹ ਬਰਾਬਰ ਨਹੀਂ ਹੈ। ਠੀਕ ਹੈ। ਉਹਨੂੰ ਕੀ ਹਾਂਜੀ ਬੋਲਦੇ? ਸਮਾਂਤਰ ਰੇਖਾਵਾਂ। ਸਮਾਂਤਰ ਪੈਰਲਲ ਲਾਈਨਸ। ਸਮਾਂਤਰ ਮਤਲਬ ਪੈਰਲਲ, ਕੋਈ ਹੱਲ ਨਹੀਂ। ठीक है। यह टेबल ਹਾਂਜੀ जड़ी है याद कर लेनी अच्छे से।
ਇਹਦੇ ਤੇ ਹੀ क्वेश्चन है 1 नंबर वाले सारे। हाँ जी भैया क्वेश्चन देख लो 1 मिनट शायद ਤੁਹਾਨੂੰ ਆਉਂਦਾ ਹੋਊਗਾ। हाँ देख लो। ਮੈਨੂੰ ਸੌਖਾ ਲੱਗਣ ਦਾ ਇਹਨੂੰ ਹੱਲ ਕਰਨਾ ਨਹੀਂ ਆਊਗਾ ਉਹ ਪਤਾ ਨਹੀਂ ਕਿੱਦਾਂ ਕਿਹਦਾ ਪਾर्ट ਉਹਦਾ की है? ਮਤਲਬ ਕੱਲ ਟੈਸਟ ਆ। अच्छा कल टेस्ट। पार्ट हाँ जी ਇਹ ਦੇਖੋ ਸਾਨੂੰ ਕਿੰਨੇ ਸਬਜੈਕਟ ਹੁੰਦੇ 1 2 3 4 5 6 7 8 ਸਬਜੈਕਟ ਹੁੰਦੇ ਆ। हाँ जी ਹਾਂਜੀ ਦੱਸੋ ਕਿਹੜਾ क्वेश्चन ਹੈ? क्वेश्चन नंबर ਇਹਦਾ ਹੈਗਾ ਹੋਰ ਲੋ ਆਪਣਾ क्वेश्चन नंबर ਹੈਗਾ ਸਾਰੇ 4 ਇੱਕ ਚੱਕਰ ਦੇ ਹਾਂਜੀ ਬਾਹਰਲੇ ਚੌਥਾ ਪਾਸ a quadrilateral ABCD is drawn to circumscribe circle prove that AB plus CD equals to AD plus BC। अच्छा ਇਹਦੀ ਥਿयोरम ਕੀ ਪੜ੍ਹੀ ਹੈ? ਥਿयोरम ਹਲੇ ਨਹੀਂ ਪੜ੍ਹੀ ਮੈਂ ਨਹੀਂ ਪੜ੍ਹੀ। ਵੈਸੇ ਦੇਖੋ ਇੱਕ ਥਿयोरम ਕੀ ਹੁੰਦੀ ਹੈ ਕਿ ਜਦੋਂ ਸਰਕਲ ਇਹਦੇ ਵਿੱਚ ਹੋਏ ਨਾ ਹਾਂਜੀ ਇਹ ਸਾਈਡਾਂ ਬਰਾਬਰ ਹੁੰਦੀਆਂ ਇਹਦਾ ਯੂਜ਼ ਕਰ ਸਕਦੇ ਹੋ ਤੁਸੀਂ। ਠੀਕ ਹੈ ਇਹਦਾ ਇਸਤੇਮਾਲ ਕਰੋਗੇ तो फिर ਕੀ ਆਏਗਾ? चलो मैं देखता 4 नंबर का क्वेश्चन नहीं हो सकता कुछ भी नहीं है 4 नंबर की मिलने आज 2 नंबर ਦਾ ਆ वही तो मैं सोचन दे कि 4 नंबर का कित हो गया मैंने लगा चौथा क्वेश्चन थे 4। हाँ फिर तो ठीक है 2 नंबर का ना फिर उदा ही होना। देखो एपी ए वाली जेडी साइड है किदे बराबर है एएस दे है ना एपी बराबर एएस लिखना आंदा एसडी बराबर डीआर उसी तरह आरसी बराबर सी क्यू पीबी बराबर बी क्यू ठीक है। हुन उन्होंने की किया है प्रूफ करना है की प्रूफ करना ए बी की प्रूफ करना ए बी प्लस सी डी इक्वल्स टू ए डी प्लस बी सी है ना। मतलब सानू ए चीज लेके आनी पहला तुसी ए बी नु कड्डो ए बी कितना आएगा तेरे को ए बी देख कितना आएगा ए बी कितना आएगा ए पी प्लस कितना आएगा पता ही नहीं तेन कुछ जवाब नहीं दे रहा। हेलो हेलो तेरा नेट बहुत वीक चल रहा है मैं तेन दस देना AP इक्वल्स टू BB ठीक है और प्लस क्या हो रहा है CD हो रहा है तो CD कितना आएगा CR प्लस RD। उसी तरह से जेडी राइट हैंड साइड है तेरी राइट हैंड साइड की है AD प्लस BC यानी कि AS प्लस SD प्लस BC कितना आएगा BQ प्लस QC ठीक है। तो आपके पास ये आ गया यानी कि AP प्लस PB प्लस CR प्लस RD इक्वल्स टू AS प्लस SD। हेलो भैया 1 मिनट रुक जाओ हेलो
हाँ हेलो। हेलो। हाँ बोलो शाम। फिर लेट हो गया, नेट ही नहीं हो रहा। अच्छा नेट नहीं चल रहा है। जी। ਇਹ ਵਾਲੇ ਨੂੰ ਹੱਲ ਕੇ ਭੇਜ ਦਿਓ ਉੱਧਰ ਤੇ। ਇਹ ਹਾਲ ਮੈਂ ਕੱਢ ਹੀ ਦਿੱਤਾ ਸਕਰੀਨ ਤੇ, ਦੇਖ ਲਾ ਬਸ, ਇਸ ਤੋਂ ਬਾਅਦ ਕੁਝ नहीं करना। यह आ गया ना तेरे को? ਸਕਰੀਨ ਸ਼ੋ अब आ रही है आवाज? हाँ जी आ रही है। हाँ तो ए बी को हमने ऐसे लिख लिया, ठीक है, सी डी को हमने ऐसे लिख लिया, ए डी को ऐसे लिख लिया और बी सी को ऐसे लिख लिया, ठीक है। ये दोबारा समझाओ। ए बी क्या है मैनू दस? ए बी ਚੱਕਰ ਦੀ ਸਪਸ਼ਟ ਰੇਖਾ। यही तो है, ए पी प्लस पी बी। हाँ जी ए वाली लाइन प्लस ए वाली लाइन, यही तो है। उसी ठीक है। तरह सी डी हाँ की जी है? सी डी ਮੈਨੂੰ ਡਾਇਗਰਾਮ ਨਹੀਂ ਦਿਖ ਰਿਹਾ ਚੰਗੇ। सी डी हैगा डी आर प्लस आर सी। ठीक बोल रहा। हाँ जी। हम्म ਉਸ ਤੋਂ ਬਾਅਦ ਇਜ਼ ਇਕੁਅਲ ਟੂ ਏ ਡੀ ਹੈਗਾ ਆ ए एस प्लस एस डी। ਉਸ ਤੋਂ ਬਾਅਦ बी सी हैगा बी क्यू प्लस क्यू सी। हाँ हाँ इस तो बाद हाँ हुन इस तो बाद देखो, ए पी किसके बराबर है? ए एस के बराबर है। हाँ जी तो हुन तुसी ਇਹ ਚੀਜ਼ ਅਸਲ 'ਚ ਪ੍ਰੂਫ ਕਰਨੀ ਹੈ ਨਾ। हाँ जी अब तुसी ਇਹ ਚੀਜ਼ ਪ੍ਰੂਫ ਕਰਨੀ ਹੈ, मतलब ਤੁਹਾਡੇ ਕੋਲ ਤੇ ਇਹੀ ਚੀਜ਼ ਸੀਗੀ ਨਾ, ਕੁਐਸਚਨ ਵਾਲੇ ਨੇ ਇਹ ਤੇ ਦਿੱਤਾ ਹੀ ਨਹੀਂ। हाँ जी ਇੱਥੋਂ ਤੁਸੀਂ ਇਹਨੂੰ ਪ੍ਰੂਫ ਕਰਨਾ, ਤੇ ਇੱਥੋਂ ਤੁਸੀਂ ਕਿਸ ਤਰ੍ਹਾਂ ਪ੍ਰੂਫ ਕਰੋਗੇ ਮੈਂ ਦੱਸਦਾ ਤੁਹਾਨੂੰ। ਜਿਹੜੀ ਵੀ ਸਾਈਡ ਖੱਬੇ ਪਾਸੇ ਐਡ ਹੁੰਦੀ ਹੈਗੀ ਹੈ, ਜਿਸ ਤਰ੍ਹਾਂ ਕਿ ਇਹਨੂੰ ਮੈਂ ਉੱਤੇ ਕਰਕੇ ਦੱਸਦਾ। ਇਹਦਾ ਮੈਂ ਉਹ ਲੈ ਲਾਂ ਸਕਰੀਨਸ਼ਾਟ। एक मिनट मैं नोट ही कर लूँ जल्दी। हाँ हाँ ਇੱਥੇ ਮੈਂ ਫਿਰ ਤੋਂ ਕਰਾਉਣ ਲੱਗਾ। ਇਹ ਵਾ ਨਾ ਫਿਗਰ। हाँ जी ਇੱਕ ਤੇ ਇਹਨੂੰ ਪਤਾ ਨਹੀਂ ਕਿਸ ਤਰ੍ਹਾਂ ਵਰਤਣਾ, ਆਪ ਨਹੀਂ ਆਂਦਾ ਇਹ ਆਈਓ, ਠੀਕ ਹੈ। हाँ जी ਹੁਣ ਉਹਨਾਂ ਨੇ ਕਿਹਾ ਕਿ ਦੇਖੋ AP ਇਹ ਵਾਲੀ हाँ जी ਸਾਈਡ ਹੈ, ਠੀਕ ਹੈ। हाँ जी AP इक्वल्स टू PB, ओके। हाँ जी फिर B तो शुरू करो, BQ इक्वल्स टू QC, ठीक है। इस तरह चल पे मैं हाँ जी ABC ਹੁਣ CR इक्वल्स टू RD ਤੇ फिर ਇਹ ਤੇ ਵਾਪਸ ਆ ਗਿਆ। हाँ जी ਮੈਨੂੰ ਤਾਂ ਰੋਕਿਆ ਹੀ ਨਹੀਂ। ਮੈਨੂੰ ਦੱਸ ਇਹ कितना ਸਾਈਡਾਂ लगा? ਬਰਾਬਰ ਹੋ ਸਕਦੀਆਂ ਕਦੀ? नहीं ਤੇ ਫਿਰ ਹਾਂਜੀ ਹਾਂਜੀ ਕਿਉਂ ਕਰੀ ਜਾਂਦਾ? एस ਮੈਨੂੰ ਰੋਕਣਾ ਸੀ ਨਾ। ਇਹ ਸਾਈਡ ਤੇ ਇਹ ਸਾਈਡ ਬਰਾਬਰ ਹੋਣੀ ਸੀ, यानी कि AS equals to AP, BP equals to BQ, CR equals to CQ ਤੇ DR equals to DS। DS ਇਹ ਤੇ ਹੈ
ਇਹ ਤੇ ਇਹ ਵਾਲੀ ਬਰਾਬਰ। ਤੇ ਇਹ ਵਾਲੀ। ठीक है, लाल हाँ कलर जी। का इस्तेमाल करते हैं थोड़ा। अच्छा, ਹੁਣ ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਇਹ ਪ੍ਰੂਫ ਕਰਨਾ ਹੈ AB plus CD equals to AD plus BC। ठीक है, हाँ जी। तो फिर कैसे करेंगे? ਹੁਣ ਇੱਥੇ ਮੈਨੂੰ AB ਬਣਾਉਣਾ, AB ਬਣਾਉਣ ਵਾਸਤੇ ਮੈਨੂੰ ਕੀ ਚਾਹੀਦਾ? AP ਤੇ PB, ਮਤਲਬ AP ਤੇ ਆ ਰਿਹਾ ਤੇ हाँ PB जी। ਤੇ ਆ ਰਿਹਾ, ਮਤਲਬ ਮੈਨੂੰ ਇਸ ਤਰ੍ਹਾਂ ਇੱਥੇ ਲਿਖ ਲਾਂ, ਪਹਿਲੇ ਤੇ ਮੈਨੂੰ ਇਸ ਤਰ੍ਹਾਂ ਲਿਖ ਲਾਂ, ਕਿਉਂਕਿ ਮੈਂ ਇਹਨਾਂ ਨੂੰ ਪਲੱਸ ਕਰਨਾ ਨਾ। हाँ जी। ਸਮਝ ਆਈ ਗੱਲ? ਅੱਛਾ, ਉਸ ਤੋਂ ਬਾਅਦ हाँ जी। CD ਕਿੱਦਾਂ ਬਣੇਗਾ? CD ਵਾਸਤੇ ਮੈਨੂੰ CR ਚਾਹੀਦਾ, ਇਹ ਰਿਹਾ CR, ਖੱਬੇ ਪਾਸੇ ਹੀ ਹੈ ਨਾ, ਤੇ ਇਹ ਵੀ ਖੱਬੇ ਪਾਸੇ ਹੀ ਹੈ, हाँ जी। ਇਹ ਲੈਫਟ हाँ ਹੈਂਡ जी। ਸਾਈਡ 'ਚ ਤੇ ਇਹ ਵੀ ਮੈਨੂੰ ਲੈਫਟ ਹੈਂਡ ਸਾਈਡ 'ਚ ਚਾਹੀਦੇ ਸੀ, ਕਿਉਂਕਿ ਮੈਂ ਪਲੱਸ ਕਰਨਾ। ਇਹ ਇਕੁਏਸ਼ਨ हाँ ਨੰਬਰ जी। 1 ਹੈ, ਇਹ ਇਕੁਏਸ਼ਨ ਨੰਬਰ 2 ਹੈ, ਇਕੁਏਸ਼ਨ ਨੰਬਰ 3 ਹੈ, ਇਕੁਏਸ਼ਨ ਨੰਬਰ 4 ਹੈ। ਮੈਂ ਸਾਰਿਆਂ ਨੂੰ ਕੀ ਕਰਨਾ? ਜੋੜਨਾ ਵਾ, ਕਿਉਂਕਿ ਫਿਰ ਇਹ ਖੱਬੇ ਪਾਸੇ ਨਾਲ ਜੁੜ ਜਾਣਗੇ ਤੇ ਸੱਜੇ ਪਾਸੇ ਨਾਲ ਜੁੜ ਜਾਣਗੇ। ਉਹਦੇ ਵਾਸਤੇ ठीक ਫਿਰ है। ਮੈਨੂੰ ਇਕੁਏਸ਼ਨ ਨੂੰ ਸਹੀ ਕਰਨਾ ਪਏਗਾ ਥੋੜਾ ਜਿਹਾ, ਉਹ ਮੈਂ ਕਰਨ ਆ। ਹੁਣ CD ਕਿਸ ਤਰ੍ਹਾਂ ਆਏਗੀ? CR ਤੇ ਪਲੱਸ DR, ਇਹ ਸਹੀ ਹੈ ਦੋਨੋਂ? हाँ जी। ਇਹ ਸਹੀ ਲਿਖੀ ਦੀਆਂ ਹੈਨਾ। ਹੁਣ ਦੇਖੋ, ਇੱਕ ਖੱਬਾ ਪਾਸਾ ਸਹੀ ਹੋ ਗਿਆ, ਮਤਲਬ ਸੱਜਾ ਆਪੇ ਸਹੀ ਹੋ ਗਿਆ, ਹੈਨਾ। हाँ जी। ਇਹ ਸਹੀ ਹੋ ਗਿਆ। ਹੁਣ ਇਹਨੂੰ ਪਲੱਸ ਕਰ ਦੋ, ਮਤਲਬ ਇਹ ਚੀਜ਼ obtain ਕਰਨੀ ਹੈ, ਤੇ ਫਿਰ ਕੀ ਕਵਾਂਗਾ? 1 + 2 + 3 + 4, ਸਾਰੀ ਇਕੁਏਸ਼ਨਾਂ ਐਡ ਕਰਤੀਆਂ। ਖੱਬੇ ਪਾਸੇ ਨਾਲ ਖੱਬੇ ਪਾਸੇ ਜੁੜਨਗੇ ਤੇ ਕੀ ਆਏਗਾ? AP plus BP प्लस plus CR CR plus DR DR equals to AS plus BQ BQ plus plus CQ CQ plus DS। S, है ना। ਹੁਣ ਦੇਖੋ, AP plus BP तो कितना हो गया? AB। हाँ जी। अच्छा, CR plus प्लस DR हो गया CD। CD। अच्छा, ਫਿਰ AS ਤੇ ਹੁਣ ਜਿਹਦੇ ਚ S ਆਂਦਾ ਹੋਏਗਾ, ਇਹ ਵਾਲੀ ਟਰਮ S ਵਾਲੀ, ਇਹ ਦੇਖ हाँ जी। AS ਤੇ S ਵਾਲੀ AD। ਟਰਮ, ਕਿਉਂਕਿ ਇਹ ਦੋਨਾਂ ਚ S ਕਾਮਨ ਆ, ਮਤਲਬ S ਵਿਚਲਾ ਪੁਆਇੰਟ ਹੈ ਇਹਨਾਂ ਦਾ, ਤੇ हाँ AD AD। ਇਹਨਾਂ ਦੋਨਾਂ ਦਾ AD, ਤੇ ਇੱਥੇ Q ਕਾਮਨ ਆ, ਮਤਲਬ ਕੀ ਆ ਜਾਏਗਾ? हाँ BC। जी। BC। ਠੀਕ ਹੈ, हाँ जी। ਇਸ ਤਰ੍ਹਾਂ ਦਾ ਟੈਸਟ ਪਹਿਲੇ ਚੈਪਟਰ ਦਾ ਵੀ ਮਿਲਿਆ ਸੀ। हाँ जी, इतना होंदे रहे आ टेस्ट। 10वां ਤੇ 6ਵੇਂ ਚੈਪਟਰ ਦਾ ਆਇਆ ਇਹ। ਹਾਂ, ਇਹ ਦੋਨੋਂ ਚੈਪਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਵਾਸਤੇ। ਤ੍ਰੈਪੁਜ ਤੇ ਚੱਕਰ ਲੈਸਨ। ਅੱਛਾ, ਇਹ ਥਿਓਰਮ ਪ੍ਰੂਫ ਕਰਨੀ ਆਂਦੀ ਹੈ? ਥਿਓਰਮ ਪ੍ਰੂਫ ਇਹ ਮੈਂ ਕਰ ਦੇਣੀ ਹੈ। ਹਾਂਜੀ, ਬਾਕੀ ਹਲੇ ਤਾਂ ਕਰਨਾ ਹੈ, ਹਲੇ ਪੇਪਰ ਤੋਂ ਪਹਿਲਾਂ ਮੈਂ ਤਿਆਰ ਕਰੂੰਗਾ ਇਹਨੂੰ ਕਰਾਂ। ਸਵੇਰੇ ਉੱਠ ਕੇ। ਅੱਛਾ, ਹਾਂਜੀ। ਇਹਦਾ ਕੁਛ ਨਹੀਂ, ਰਾਈਟ ਐਂਗਲ ਟ੍ਰਾਇੰਗਲ ਹਾਂਜੀ। ਤੇ ਕੀ ਕਿਹਾ? ਸਮ ਆਫ ਸਕੁਅਰ of hypotenuse is equal to sum of square of other two sides। ਲੈ ਲਓ, ਇਹਨੂੰ ਪ੍ਰੂਫ ਕਰਨਾ। ਪ੍ਰੂਫ ਕਿਸ ਤਰ੍ਹਾਂ ਕਰਦੇ? ਇਹਨੂੰ ਏਦਾਂ ਕਰਕੇ ਕਰਦੇ ਹੀ ਸ਼ਾਇਦ। ਸਿਮਿਲੈਰਿਟੀ ਆਫ ਟ੍ਰਾਇੰਗਲਸ ਆਂਦੀ ਹੈ, ਇਹ ਇੱਥੇ ਲਿਖਿਆ ਹੋਣਾ ਪੰਜਾਬੀ ਚ। ਨਹੀਂ, ਸਿਮਿਲੈਰਿਟੀ ਮਤਲਬ ਜਿਵੇਂ ਇਹ ਸਾਈਡ ਕਾਮਨ ਆ, ਇਹ ਸਾਈਡ ਇਹਦੇ ਬਰਾਬਰ ਆ, ਤੇ ਇਹ ਸਾਈਡ ਇਹਦੇ ਬਰਾਬਰ ਆ, ਉਹਨੂੰ ਕੀ ਬੋਲਦੇ ਆ? ਹਾਂਜੀ। ਸਿਮਿਲੈਰਿਟੀ ਆਫ ਟ੍ਰਾਇੰਗਲਸ ਬੋਲਦੇ ਆ ਅਸੀਂ। ਠੀਕ ਹੈ। ਫਿਰ ਸਮ ਕੌਣ ਹੈ? ਹਾਂ, ਕੋਈ ਸਾਈਡ ਇਹ ਤੇ ਪੜਿਆ ਹੋਣਾ ਨਾ, ਸਾਈਡ ਐਂਗਲ ਸਾਈਡ ਐਂਗਲ ਸਾਈਡ। ਹਾਂਜੀ, ਇਹ 9ਵੀਂ ਚ ਪੜਿਆ ਜੀ, ਸਰਬੰਗ ਸਮ ਜਿਹੜਾ ਆਪਾਂ ਕਰਦੇ ਹੁੰਦੇ ਸੀ। ਹਾਂ, ਤੇ ਇਹਨੂੰ ਕੀ ਬੋਲਦੇ ਆ ਫਿਰ? ਉਹਨਾਂ ਹੀ ਹੋਣੀ ਹੈ ਥਿਓਰਮ।
ਹਾਂਜੀ, ਉਹ ਚੱਕਰ ਬਣਾ ਕੇ ਉਹਦੀਆਂ ਸਪਰਸ਼ ਰੇਖਾਵਾਂ ਬਾਹਰ ਬਿੰਦੂ ਲੈ ਕੇ ਖਿੱਚ ਦੇਣੀਆਂ ਤੇ ਬਾਹਰ ਬਿੰਦੂ ਤੋਂ ਸਪਰਸ਼ ਰੇਖਾ ਦੀ ਉਹ ਮਤਲਬ ਲੰਬਾਈ ਬਰਾਬਰ ਹੋਣੀ ਆ ਤੇ ਰਚਨਾ ਕਰਕੇ ਬਿੰਦੂ ਤੋਂ ਤੇ ਬਾਹਰ ਬਿੰਦੂ ਲਿਆ ਉਹਨੂੰ ਜੋੜ ਕੇ ਫਿਰ ਬਾਅਦ ਚੋਂ ਦੋਵਾਂ ਨੂੰ ਸਰਬਸਮ ਕਰਕੇ ਤੇ ਉਹ ਮਤਲਬ ਸਿੱਧ ਹੋ ਜਾਊਗੀ, ਉਹ ਸਪਰਸ਼ ਰੇਖਾਵਾਂ ਬਰਾਬਰ ਸਿੱਧ ਹੋ ਜਾਣੀਆਂ। ਚਲੋ ਮੇਰੀ ਸਪੀਡ ਘੱਟ ਆ ਫਿਰ। मतलब क्लास स्कूल च केड़े चैप्टर कराते हैं? फर्स्ट, सेकंड, थर्ड? ਹੁਣ ਤਾਂ 6ਵਾਂ ਵੀ ਹੋ ਗਿਆ ਸਕੂਲ ਵਿੱਚ ਤੇ 10ਵਾਂ ਵੀ ਹੋ ਗਿਆ ਚੱਕਰ। चौथा हो गया? ਚੌਥੇ ਦਾ ਚੌਥਾ ਕਰਾਇਆ ਸੀ ਥੋੜਾ ਬਹੁਤੀ, ਪਰ 6ਵਾਂ ਤੇ 10ਵਾਂ ਹੋ ਗਿਆ ਵਧੀਆ ਕਰਕੇ ਮਤਲਬ ਜ਼ਿਆਦਾ। अच्छा ਹਾਂਜੀ ठीक है। ਸਕੂਲ ਦੀ ਕਲਾਸ ਜ਼ਰੂਰ ਲਾਣੀ ਆ, ਉੱਥੇ ਫਿਰ ਸਾਰੇ ਚੈਪਟਰ ਕਰਾਉਂਦੇ ਆ। ਜਦੋਂ ਸਕੂਲ 'ਚ ਜੇ ਸਮਝ ਆ ਜਾਏ ਤੇ ਫਿਰ ਲੋੜ ਹੀ ਨਹੀਂ ਪੈਂਦੀ ਅੱਗੇ। ਹਾਂਜੀ, ਉਦੋਂ 6ਵਾਂ ਚੈਪਟਰ ਤਾਂ ਸੌਖਾ ਹੀ ਹੈ। ਜਿਹੜੇ ਕੁਐਸਚਨ ਸੀਗੇ ਨਾ ਉੱਥੇ ਕਹਿੰਦੇ ਜਿਹੜੇ ਮੈਂ ਨੋਟ ਭੇਜੀ ਸੀ, ਉਹ ਤਾਂ ਉੱਚ ਤਾਂ ਬਿਲਕੁਲ ਸੌਖੇ ਕੁਐਸਚਨ ਦਿੱਤੇ ਹੋਏ ਆ। ਹਾਂ ਉਹੀ ਚੱਕਰ ਵਾਲੇ ਦਿੱਤੇ ਆ ਇਹਦੇ ਵਿੱਚ ਹੀ। ਹਾਂ ਅਸੀਂ ਚਲੋ ਤੀਸਰੇ ਚੈਪਟਰ ਦਾ ਮੈਂ ਤੈਨੂੰ ਦੱਸ ਦਿੰਦਾ। ਦੇਖ ਇਹਨਾਂ ਨੇ ਵੀ ਹੋਰ ਕੁਝ ਨਹੀਂ ਦਿੱਤੇ ਦਾ, ਥਿਊਰੀ 'ਚ ਬਸ ਇਹੀ ਦਿੱਤੇ ਦਾ। ਹਾਂਜੀ, ਮਤਲਬ ਇਹ ਸਵਾਲ ਤੁਹਾਨੂੰ ਆਉਂਦੇ ਆ ਕਰਨੇ, ਮੈਡਮ ਨੇ ਥੋੜੀ ਸਿਖਾਈ ਸੀ। ਇੱਕ ਅੱਧੀ ਵੀ ਦੇ ਕਈ ਵਾਰ ਕਨਫਿਊਜ਼ ਹੋ ਜਾਂਦਾ ਹੁੰਦਾ। ਇੱਕ ਨੰਬਰ ਵਾਲੇ ਕੁਐਸਚਨ ਕਈ ਦੇਖ ਲੈਣੇ ਜਿਹੜੇ ਸਾਡੇ ਕੋ ਹਲੇ ਹੋ ਸਕਦੇ ਆ। ਠੀਕ ਹੈ ਠੀਕ ਹੈ। ਜਦੋਂ ਦੋ ਸਮੀਕਰਨ ਦੇ ਆਲੇਖ ਆਪਸ ਵਿੱਚ ਕੱਟਣ ਤਾਂ ਸਮੀਕਰਨਾਂ ਦਾ ਜੋੜਾ ਕੀ ਹੁੰਦਾ ਹੈ? ਆਪਸ ਵਿੱਚ ਕੱਟਣ ਤਾਂ ਸੰਗਤ, ਕਿਉਂਕਿ ਉਹਨਾਂ ਦਾ ਇੱਕ ਹੱਲ ਹੁੰਦਾ। ਇੱਕ ਰੇਖੀ ਸਮੀਕਰਨ ਜੋੜਾ ਕਿਸ ਦਾ ਹੱਲ? ਇੱਕ ਹੱਲ ਹੋਵੇ, ਇੱਕ ਹੱਲ ਹੁੰਦਾ ਹੈ ਜਾਂ ਅਨੇਕਾਂ ਹੱਲ ਹੁੰਦੇ ਹਨ, ਉਹ ਰੇਖੀ ਸਮੀਕਰਨਾਂ ਦਾ ਜੋੜਾ ਸੰਗਤ ਹੁੰਦਾ ਹੈ। ਰਾਈਟ। ਅੱਗੇ ਇੱਕ ਰੇਖੀ ਸਮੀਕਰਨ ਜੋੜਾ ਜਿਸ ਦਾ ਕੋਈ ਹੱਲ ਨਹੀਂ ਹੁੰਦਾ ਹੈ, ਉਸ ਦੀਆਂ ਰੇਖਾਵਾਂ ਹੁੰਦੀਆਂ ਹਨ ਸਮਾਂਤਰ। ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਨ ਜੋੜੇ ਦਾ ਹੱਲ ਹੁੰਦੇ ਹਨ। ਇੱਕ ਬਿੰਦੂ ਤੇ ਕੱਟਦੇ ਇੱਕ ਹੱਲ। ਠੀਕ ਹੈ। ਅੱਗੇ ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਸਮਾਂਤਰ ਹੋਣ ਤਾਂ ਇਸ ਸਥਿਤੀ ਵਿੱਚ ਸਮੀਕਰਨ ਦਾ ਕੋਈ ਹੱਲ ਨਹੀਂ ਹੁੰਦਾ। ਰਾਈਟ। 29ਵਾਂ ਠੀਕ ਹੈ ਨਾ? ਹਾਂ ਮੈਂ ਉਹ ਮੇਰੇ ਕਲੀਨ ਕਰਨ ਦੇ। ਹਾਂ ਕੀ ਕੁਐਸਚਨ? ਜੇਕਰ ਇੱਕ ਰੇਖਾਵਾਂ ਜੇ ਸਹੀ ਠੀਕ ਹੈ। 30ਵਾਂ ਕੁਐਸਚਨ, ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਸੰਪਾਤੀ ਹੋਣ ਤਾਂ ਇਸ ਸਥਿਤੀ ਵਿੱਚ ਸਮੀਕਰਨ ਦਾ ਇੱਕ ਹੱਲ ਹੁੰਦਾ ਹੈ। ਗਲਤ। ਸੰਪਾਤੀ ਦਾ ਮਤਲਬ ਕੀ ਹੈ? ਕਿੰਨੇ ਹੱਲ ਹੁੰਦੇ ਹਨ? ਹਾਂ ਅਨੇਕ ਹੱਲ। ਇਹ ਗਲਤ ਆਊਗਾ ਭਈਆ, ਸਹੀ ਨਹੀਂ ਹੋਣਾ। ਹਾਂ ਸੌਰੀ। ਅੱਗੇ ਰੇਖੀ ਸਮੀਕਰਨ ਦੇ ਜੋੜੇ 2x + 3x = 9 ਅਤੇ 4x ਇਹ ਹੱਲ ਕਰਨੀ ਪੈਣੀ ਹੈ, ਫਿਰ ਆਨਸਰ ਆਊਗਾ। ਹੱਲ ਕੀ ਕਰਨਾ ਹੈ? 2/4 2/4 ਯਾਨੀ 1/2 6 ਤੇ 9/18 1/2 1/2 ਤੇ 1/2। ਹੁਣ ਦੱਸੋ। ਮਤਲਬ ਹੁਣ ਇਹ ਆ ਗਈ ਆ ਸੰਪਾਤੀ ਰੇਖਾਵਾਂ, ਮਤਲਬ ਸੀ ਆਪਸ਼ਨ, ਰੇਖਾਵਾਂ ਸੰਪਾਤੀ। ਠੀਕ ਹੈ। ਅੱਗੇ ਜੇਕਰ ਕੀ ਬੋਲਦੇ ਆ ਸਮੀਕਰਨ ਕਿ ਦੂਸਰਾ ਨਾਮ ਕੀ? ਸੰਗਤ। ਹਾਂਜੀ ਤੇ ਦੂਸਰਾ ਸੰਪਾਤੀ। ਹਾਂ ਚਲੋ, ਜੇਕਰ ਸਮੀਕਰਨਾਂ ਦਾ ਹੱਲ ਇੱਕ ਹੀ ਹੱਲ ਹੈ ਤਾਂ ਕੇ ਦੀ ਮੁੱਲ ਦੱਸੋ। ਇੱਕ ਹੀ ਹੱਲ ਹੈ ਕਹਿੰਦੇ। ਹਾਂ ਇੱਕ ਹੀ ਹੱਲ ਹੈ ਤਾਂ ਕੇ ਦਾ ਮੁੱਲ ਦੱਸੋ। ਦੱਸੋ ਬਈ। ਕੁਛ ਨਹੀਂ ਕਰਨਾ। k/6 ਹੁਣ ਦੇਖੋ ਇੱਕ ਹੀ ਹੱਲ ਹੁੰਦਾ ਸੀ ਤੇ ਇਹ ਦੇ ਬਰਾਬਰ ਨਹੀਂ ਸੀ ਹੁੰਦਾ, ਹੈਨਾ? ਹਾਂਜੀ ਇਹ ਕਿਹਦੇ ਬਰਾਬਰ ਨਹੀਂ ਹੋਏਗਾ?
B1 ਬਟਾ B2 ਦੇ ਹਾਂ ਕੀ ਹੈ -1 ਤੇ ਥੱਲੇ ਥੱਲੇ ਹੈਗਾ -2 -2 ਤੇ ਉਧਰੋਂ ਕੀ ਹੈ 2/3। ਇਹਦੀ ਤੇ ਲੋੜ ਹੀ ਨਹੀਂ, ਇਹਦੀ ਲੋੜ ਸੀ ਹਾਂਜੀ ਬਸ। ਮਤਲਬ k ਕਿਹਦੇ ਬਰਾਬਰ ਨਹੀਂ ਹੋਣਾ ਚਾਹੀਦਾ, 3 ਦੇ ਬਰਾਬਰ। ਇਹ ਮਾਈਨਸ 3 ਦੇ ਮਾਈਨਸ ਹੋ ਬਰਾਬਰ ਗਿਆ 6, ਇੱਧਰ ਆ ਗਿਆ 3, ਠੀਕ ਹੈ। ਮਤਲਬ ਹਾਂਜੀ ਕਿ ਇਹਦੇ ਕੁਐਸਚਨ 'ਚ ਕਿਹਦੇ ਬਰਾਬਰ ਨਹੀਂ, 3 ਦੇ ਬਰਾਬਰ ਨਹੀਂ ਹੈ, ਹੋਰ ਕੁਝ ਵੀ ਹੋ ਸਕਦਾ। ਠੀਕ ਹੈ ਯਾਨੀ ਕਿ ਇੱਕ ਹੀ ਹੱਲ ਮੁੱਲ ਪਤਾ ਦੱਸੋ, ਮਤਲਬ ਇਹ 3 ਦੇ ਬਰਾਬਰ ਨਹੀਂ ਹੈ। ਹਾਂਜੀ ਜੇ ਬਰਾਬਰ ਹੋ ਜਾਂਦਾ ਤੇ ਫਿਰ ਇਹਦੇ ਹੱਲ ਹੋ ਜਾਣੀ ਸੀ, ਉਹ ਸੰਪਾਤੀ ਹੋ ਜਾਣੀ ਸੀ ਇਹ ਰੇਖਾਵਾਂ। ਹਾਂ ਹਾਂ ਜੇ ਇਹ ਚੀਜ਼ ਬਰਾਬਰ ਹੁੰਦੀ ਆਪਸ ਹਾਂਜੀ 'ਚ, ਹਾਂ ਤੇ ਉਹ ਬਰਾਬਰ ਹੋ ਨਹੀਂ ਜਾਂਦੇ। ਜੇ ਇਹ ਬਰਾਬਰ ਹੁੰਦਾ ਫਿਰ ਕੱਲਾ ਇਹ ਬਰਾਬਰ ਹੁੰਦਾ ਤੇ ਪੂਰਾ ਬਰਾਬਰ ਨਾ ਹੁੰਦਾ, ਫਿਰ ਫੇਰ ਸਮਾਂਤਰ ਕੋਈ ਹੁੰਦਾ। ਹੱਲ ਨਹੀਂ ਹੋਣੀ ਸੀ। ਨਹੀਂ ਜੇ ਇਸ ਤਰ੍ਹਾਂ ਆਂਦਾ ਨਾ, ਇਸ ਤਰ੍ਹਾਂ ਆਂਦਾ ਹਾਂ ਫਿਰ ਤੇ ਇਹ ਇੱਧਰ ਇਕੁਅਲ ਨਾ ਨਹੀਂ ਆਂਦਾ, ਬਰਾਬਰ ਇਹ ਇਕੁਅਲ ਨਾ ਆਂਦਾ, ਸਮਾਂਤਰ ਫਿਰ ਫਿਰ ਸਮਾਂਤਰ। ਸਮਾਂਤਰ ਜੇ ਸਾਰੇ ਬਰਾਬਰ ਆਂਦੇ ਫਿਰ ਕੀ ਹੁੰਦਾ, ਸੰਪਾਤੀ। ਸੰਪਾਤੀ। ਹਾਂ ਹੁਣ ਇਹ ਕੁਐਸਚਨ ਕਰੋ, ਜੇਕਰ 6, k ਦਿੱਤੀ ਗਈ ਸਮੀਕਰਨਾਂ ਦਾ ਸਮੀਕਰਨ ਇਹ ਇੱਕ ਹੀ ਹੱਲ ਹੋਵੇ ਤਾਂ x ਦਾ ਮੁੱਲ ਪਤਾ ਕਰੋ। ਹੁਣ ਇਹ k ਦਾ ਦੱਸੋ ਮੁੱਲ ਕਿਵੇਂ ਯਾਨੀ ਕਿ ਹੋਏਗਾ, x ਦਾ ਮੁੱਲ ਪਤਾ ਕਰੋ। k ਦਾ ਮੁੱਲ ਪਤਾ ਕਰੋ। ਹਾਂਜੀ ਹੁਣ ਇਹ 'ਚ ਤੇ ਦੋ ਇਕੁਏਸ਼ਨਾਂ ਨਹੀਂ ਦਿੱਤੀ ਦੀਆਂ, ਫਿਰ ਕਿਵੇਂ ਕਰੇਗਾ? ਕੁਛ ਨਹੀਂ ਕਰਨਾ, ਅਰੇ ਪੁਆਇੰਟ ਤੇ ਦੇ ਦਿੱਤਾ ਨਾ ਤੈਨੂੰ, ਹਾਂਜੀ ਨਾਲੇ ਉਹਨੇ ਕੀ ਕਿਹਾ ਇੱਕ ਹੀ ਹੱਲ ਆ। ਮਤਲਬ ਹਾਂਜੀ ਇਹ ਪੁਆਇੰਟ ਇਸ ਲਾਈਨ ਤੇ ਕੀ ਕਰਨ ਦਿਆ, ਕਿਤੇ ਨਾ ਕਿਤੇ ਲਾਈ ਕਰਨ ਦਿਆ। ਜੇ ਲਾਈ ਹਾਂਜੀ ਕਰਨ ਦਿਆ ਤਾਂ ਮਤਲਬ x ਦੀ ਵੈਲਿਊ ਕਿੰਨੀ ਹੈ, 6, x ਦੀ ਵੈਲਿਊ 6 ਤੇ y ਦੀ ਵੈਲਿਊ ਕਿੰਨੀ ਹੈ, k ਇਕੁਅਲਸ ਟੂ 22। ਤੇ ਕਿੰਨਾ ਆ ਗਿਆ k, 4 ਆ ਗਿਆ। ਹਾਂਜੀ 22 ਮਾਈਨਸ 18, ਹਾਂਜੀ ਬਸ 4 ਆ ਗਿਆ k। ਨਹੀਂ ਸਮਝ ਆਈ? ਠੀਕ ਹੈ ਇਹ ਹਾਂਜੀ ਬਿੰਦੂ ਸਮਝ ਆ ਸੀਗਾ, ਗਈ। ਇਹ ਬਿੰਦੂ ਸੀਗਾ ਜਿਹੜਾ ਇਸ ਲਾਈਨ ਤੇ ਲਾਈ ਕਰਨ ਦੇ, ਮਤਲਬ x ਦੀ ਵੈਲਿਊ 6 ਸੀ ਤੇ y ਦੀ ਵੈਲਿਊ k ਸੀ। k ਅਸੀਂ ਇਹਨੂੰ ਇਹ 'ਚ ਪੁੱਟ ਠੀਕ ਕਰਨਾ ਸੀ। ਠੀਕ ਹੈ ਸਮਝ ਲੱਗ ਗਈ। ਅੱਗੇ ਚਲੋ। ਸਮੀਕਰਨ y -3 ਅੱਗੇ ਦਾ ਆਲੇਖ ਇੱਕ ਰੇਖਾ ਹੈ, x ਧੁਰੇ ਦੇ ਸਮਾਂਤਰ, ਇਹ ਹੁੰਦੀ ਹੈ x ਐਕਸਿਸ ਦੇ ਸਮੀਕਰਨ ਸਮਾਂਤਰ ਹੁੰਦੀਆਂ ਹਨ। ਸਮਾਂਤਰ ਕੀ ਹੁੰਦਾ? ਪੈਰਲਲ। ਪੈਰਲਲ। ਹਾਂ ਹੁਣ ਮੈਨੂੰ ਦੱਸ y -3 ਦਾ ਗ੍ਰਾਫ ਕਿਵੇਂ ਬਣੇਗਾ? y 0 ਦਾ ਗ੍ਰਾਫ ਦੱਸ ਪਹਿਲਾਂ ਤੇ ਮੈਨੂੰ। y 0 का ग्राफ कैसे बनाते थे? y इक्वल टू 0 ਦਾ ये y एक्सिस ਗ੍ਰਾਫ है, ਹੈ ये ਨਾ। x एक्सिस है। y 0 ਦਾ ਗ੍ਰਾਫ ਮੈਂ ਤੈਨੂੰ ਦੱਸਿਆ ਹੀ ਕਿੱਦਾਂ ਬਣਾਉਂਦੇ ਆ। y ਕਿੱਥੋਂ 0 ਹੁੰਦਾ? ਕਿਹੜੀ ਐਕਸਿਸ ਤੇ 0 ਹੁੰਦਾ? ਕਿਹੜੇ ਧੁਰ ਤੇ? y y 0 ਮਤਲਬ ਕੀ ਹੈ ਕਿ y 0 ਹੈ, ਉਹਦੀ ਲਾਈਨ ਕਿਵੇਂ ਬਣੇਗੀ? ਕਿਸ ਲਾਈਨ ਤੇ ਕਿਸ ਦਾ ਰਾਜ ਹੁੰਦਾ? y ਵਾਲੀ ਲਾਈਨ ਤੇ ਕਿਹਦਾ ਰਾਜ ਹੁੰਦਾ? y ਵਾਲੀ ਲਾਈਨ ਤੇ x ਦਾ ਰਾਜ ਹੋਊਗਾ। x ਦਾ ਹੋਏਗਾ ਨਹੀਂ y ਦੀ ਲਾਈਨ ਤੇ? y ਦੀ ਲਾਈਨ ਮਤਲਬ ਜਿਹੜੀ ਲਾਈਨ ਹੈ ਉਹਦਾ ਹੀ ਰਾਜ ਹੋਊਗਾ। ਹਾਂ ਜਿਹੜੀ ਲਾਈਨ ਹੈ ਉਹਦਾ ਹੀ ਰਾਜ ਹੋਏਗਾ, ਮਤਲਬ ਉਰ ਤੇ ਉਹ 0 ਨਹੀਂ ਹੋਏਗਾ। ਠੀਕ ਆ ਤੇ 0 ਮੈਂ x ਤੇ ਤੈਨੂੰ ਹੋਊਗਾ ਫਿਰ। ਸਮਝਾਇਆ ਸੀ ਨਾ ਮੈਂ ਕਿ ਜਿਹੜੀ ਲਾਈਨ ਆ ਉਰ ਤੇ ਉਹਦਾ ਹੀ ਰਾਜ ਹੁੰਦਾ, ਉਰ ਤੇ ਉਹ ਵੈਲਿਊ 0 ਨਹੀਂ ਹੁੰਦੀ। ਯਾਨੀ ਕਿ ਇਹ ਠੀਕ ਆ x ਦੀ ਲਾਈਨ ਹੈ, ਇਰ ਤੇ x ਦਾ ਰਾਜ ਹੈ, ਮਤਲਬ ਇੱਥੇ x 0 ਨਹੀਂ ਹਾਂਜੀ ਹੋਏਗਾ ਪਰ y ਇਰ ਤੇ 0 ਹੁੰਦਾ ਇਹ ਲਾਈਨ ਤੇ। ਇਹ ਲਾਈਨ ਹੈ y ਠੀਕ ਆ 0 ਦੀ ਲਾਈਨ। ਹਾਂਜੀ ਮੈਂ ਬਹੁਤ ਵਾਰ ਸਮਝਾਇਆ ਵਾ ਕਿ ਇਹ y 0 ਦੀ ਲਾਈਨ ਹੈ। ਤੇ ਜੇ y x ਠੀਕ -3 ਕਹਿਤਾ ਉਹਨੇ, ਇਹਦਾ ਮਤਲਬ ਕੀ ਹੈ ਕਿ 1 2 ਤੇ 3 ਥੱਲੇ ਆ ਗਏ ਤੁਸੀਂ, 3 ਥੱਲੇ ਆ ਗਏ ਤੇ ਫਿਰ ਤੁਸੀਂ ਇੱਥੇ ਲਾਈਨ ਹਾਂਜੀ ਬਣਾਤੀ। ਹਾਂਜੀ ਇਹ ਕਿਹਦੀ ਹੋਏਗੀ? y -3 ਵਾਲੀ ਲਾਈਨ। -3 ਇਹ ਦੀ ਲਾਈਨ ਪੁਆਇੰਟ ਕਿੰਨਾ ਹੋਏਗਾ? ਇਹ ਕਿਹਦੀ ਲਾਈਨ ਹੈ? y y ਦੀ। y ਦੀ ਲਾਈਨ ਹੈ y ਤੇ ਦੀ ਮਤਲਬ ਇਸ ਪੁਆਇੰਟ ਤੇ ਹਾਂਜੀ ਕੌਣ 0? ਇਸ ਲਾਈਨ ਤੇ x 0 ਹੋਊਗਾ ਫਿਰ। x 0 ਤੇ ਦੂਜਾ 0, ਪੁਆਇੰਟ ਇਹ -3 ਪੁਆਇੰਟ ਕਿੰਨਾ? ਹਾਂ -3 ਹੁਣ ਉਹਨੇ ਕੀ ਕਿਹਾ ਦਾ? ਆਲੇਖ ਇੱਕ x ਧੁਰੇ ਦੇ ਸਮਾਂਤਰ ਹੁੰਦੀ ਹੈ, ਦੱਸੋ ਮੈਨੂੰ। ਹੁਣ x ਐਕਸਿਸ ਹੈ ਜਿਹੜੀ x ਹੈ, ਸਮਾਂਤਰ ਆ। ਹਾਂ ਸਮਾਂਤਰ ਆ, ਬਸ ਇਹ ਉਹਨੇ ਸਮਾਂਤਰ ਪੁੱਛਿਆ ਆ ਸੀ। ਰਾਈਟ। ਹੁਣ ਦੇਖ ਲੈ, ਤੈਨੂੰ ਜੇ ਇਹਦਾ ਗ੍ਰਾਫ ਹੀ ਨਹੀਂ ਬਣਾਉਣਾ ਆਉਂਦਾ ਹੋਏਗਾ ਤੇ ਫਿਰ ਤੂੰ ਕਿੱਦਾਂ ਦੱਸ ਸਕੇਂਗਾ?
ਇਸ ਲਈ ਇਹ ਗ੍ਰਾਫ ਆਉਣਾ ਚਾਹੀਦਾ। ਜੇ ਮੰਨ ਲਓ ਮੈਂ ਇਹੀ ਕੁਐਸਚਨ ਦਿੰਦਾ x - 3 ਫਿਰ ਕੀ ਗ੍ਰਾਫ ਬਣਾਉਂਦਾ ਇਹਦਾ? ਫਿਰ ਦੱਸੋ। ਫਿਰ x 0 ਵਾਲੀ ਇਹ ਲਾਈਨ ਆ, ਹਾਂਜੀ ਮਤਲਬ x - 3 ਏਦਾਂ ਆਏਗਾ ਤੇ ਇਹ ਪੁਆਇੰਟ ਕੀ ਹੋਏਗਾ? ਲੈਫਟ ਇਹ ਹੋ ਜਾਊਗਾ ਫਿਰ -10,0 ਤੇ ਇਹ ਕਿਹਦੇ ਸਮਾਂਤਰ ਹੈ? y ਐਕਸਿਸ ਤੇ। y ਠੀਕ ਹੈ, ਹਾਂਜੀ ਇਹ ਧਿਆਨ ਰੱਖਣੇ ਆ। ਠੀਕ ਹੈ, ਠੀਕ ਹੈ ਸਮਝ ਆ ਗਈ ਨਾ? ਇੱਕ ਵਾਰੀ ਮੈਂ ਦੱਸਤਾ, ਬਾਕੀ ਹਾਂਜੀ ਨੋਟ ਬਸ ਕਰ ਹੁਣ ਲਈ। ਚੇਤਾ ਰਹੂਗਾ ਮੈਨੂੰ। ਹਾਂ, ਰੇਖੀਆਂ ਸਮੀਕਰਨਾਂ ਦੇ ਜੋੜੇ x = a ਅਤੇ y = b ਦਾ ਆਲੇਖ ਹੋਵੇਗਾ। ਠੀਕ ਦੱਸੋ। x = a, y = b। ਕਹਿਣ ਦਾ ਮਤਲਬ ਇਹਨੇ ਕੀ ਦੇਤਾ? ਬਿੰਦੂ ਦੇਤਾ। ਹਾਂਜੀ ਫਿਰ ਕੀ ਮਤਲਬ ਇਹਦਾ? ਸਮਾਂਤਰ ਸੰਪਾਤੀ ਬਿੰਦੂ AB ਤੇ ਕੱਟੇਗਾ, ਬਿੰਦੂ BA ਤੇ ਕੱਟੇਗਾ। ਜਦੋਂ ਕੋਈ ਬਿੰਦੂ ਮਿਲ ਜਾਂਦਾ ਵਾ, ਇਹਦਾ ਮਤਲਬ ਉਹ ਲਾਈਨ ਤੇ ਉਹ ਬਿੰਦੂ ਸਥਿਤ ਆ। ਕਿਹੜਾ ਬਿੰਦੂ ਆ? A, B। ਮਤਲਬ ਕੀ ਹੈ ਇਹਦਾ ਮਤਲਬ? ਦੱਸ ਮੈਨੂੰ। ਕਿੱਦਾਂ ਦਾ ਉਹ ਕਿੱਦਾਂ ਦੀ ਉਹ ਰੇਖੀ ਸਮੀਕਰਨ? ਦੱਸੋ। कि इसी x = a है, y = तो ये तो काटवी बनूगा फिर तो, मतलब एक का हल ही ਇਹਦਾ। C ਆਪਸ਼ਨ ਆਊਗਾ ਫਿਰ ਆਨਸਰ। ਹਾਂ, ਇੱਕ ਹੱਲ ਕੁਛ ਨਹੀਂ, ਬਸ ਦੇਖ ਅਸੀਂ ਇੱਕ ਥਿਓਰਮ, ਅਸੀਂ ਇੱਕ ਲਾਈਨ ਪੜ੍ਹੀ ਸੀ ਬੁੱਕ 'ਚ, ਯਾਦ ਦੇਖੋ, ਇਹ ਦੇਖੋ 4,2 ਦੋਹਾਂ ਰੇਖਾਵਾਂ ਦਾ ਕੇਵਲ ਇੱਕ ਸਾਂਝਾ ਬਿੰਦੂ ਹੈ, ਇਸ ਲਈ ਰੇਖੀ ਸਮੀਕਰਨ ਜੋੜੇ ਦਾ ਇੱਕ ਅਤੇ ਕੇਵਲ ਇੱਕ ਹੱਲ ਹੈ। ਹੈਨਾ? ਮਤਲਬ ਜਦੋਂ ਬਿੰਦੂ ਦੇ ਦਿੰਦਾ ਵਾ ਤੇ ਉਹ ਇੱਕੋ ਹੀ ਹੱਲ ਹੁੰਦਾ। ਇਸ ਤੋਂ ਪਹਿਲਾਂ ਵੀ ਅਸੀਂ ਇੱਕ ਲਾਈਨ ਪੜ੍ਹੀ ਸੀ ਕੱਲ, ਜਦੋਂ ਮੈਂ ਪੜ੍ਹਾਇਆ, ਉਦੋਂ ਉਹਨੇ ਕੀ ਸਮਝਾਇਆ ਸੀ ਇੱਥੇ? ਇਹ ਦੇਖੋ ਕਿ ਜਦੋਂ ਬਿੰਦੂ ਆ ਗਿਆ 1,1 ਸਮੀਕਰਨ ਰੇਖਾ ਉੱਪਰ ਸਥਿਤ ਨਹੀਂ, ਮਤਲਬ ਕਿ ਸਮੀਕਰਨ ਦਾ ਹਰ ਇੱਕ ਹੱਲ ਉਸਨੂੰ ਦਰਸਾਉਣ ਵਾਲੀ ਰੇਖਾ ਉੱਪਰ ਸਥਿਤ ਇੱਕ ਬਿੰਦੂ ਹੈ। ਬਿੰਦੂ ਹੁੰਦਾ, ਜਦੋਂ ਬਿੰਦੂ ਦਿੰਦਾ ਹੈ ਤੇ ਉਹ ਰੇਖਾ ਨੂੰ ਹੀ ਦਰਸਾਉਂਦਾ। ਬਿੰਦੂ ਜਿਹੜਾ ਵਾ ਉਹ ਰੇਖਾ ਤੇ ਸਥਿਤ ਆ। ਇਹਦਾ ਮਤਲਬ ਸਥਿਤ ਆ ਤੇ ਮਤਲਬ ਕੀ ਆ ਉਹਦਾ? ਕਿ ਉਹਦਾ ਇੱਕ ਹੀ ਹੱਲ ਹੈ। ਮਤਲਬ ਉਹ ਇੱਕ ਹੱਲ ਉਹਦਾ ਤੇ ਹੈਗਾ ਹੀ ਹੈਗਾ। ਇਹ ਨਹੀਂ ਕਿ ਇੱਕ ਹੀ ਹੱਲ ਹੈ, ਉਹਦਾ ਇੱਕ ਹੱਲ ਹੈਗਾ। ਠੀਕ ਹੈ, ਚਲੋ ਉਸ ਤੋਂ ਬਾਅਦ ਦਿੱਤੇ ਗਏ ਚਿੱਤਰ ਰੇਖਾ ਵਿੱਚ ਇਹ ਉਹੀ ਕੁਐਸਚਨ ਹੈ ਤੁਹਾਡਾ। ਇਹ ਤੇ ਮੈਨੂੰ ਆਨਸਰ ਵੀ ਯਾਦ ਹੀ ਹੋਣਾ ਤੈਨੂੰ। ਇਹ ਦੇਖ, ਇਹ ਪੁਆਇੰਟ ਤੇ ਇੰਟਰਸੈਕਟ ਕਰ ਰਿਹਾ ਤੇ ਕੀ ਇਹਦਾ ਫਿਰ ਹੱਲ ਕੀ ਹੋਵੇਗਾ? ਦੱਸੋ। ਜਿੱਥੇ ਇੰਟਰਸੈਕਟ ਕਰੇਗਾ 4,2। ਹਾਂ, ਜਿੱਥੇ ਇੰਟਰਸੈਕਟ ਕਰੇਗਾ, ਜਿੱਥੇ ਇੰਟਰਸੈਕਟ ਕਰੇਗਾ, ਯਾਦ ਰੱਖਣਾ, ਜਿੱਥੇ ਕੱਟੇਗਾ। ਠੀਕ ਹੈ। ਸਮਾਂਤਰ ਕਦੋਂ ਹੋਣਗੀਆਂ ਰੇਖਾਵਾਂ? ਦੱਸੋ। ਇਹ ਚ ਸਮਾਂਤਰ ਹੋਣਗੀਆਂ? ਇਹਦੇ ਵਿੱਚ ਨਹੀਂ। ਇਹਦੇ ਚ ਸਮਾਂਤਰ ਹੋਣਗੀਆਂ? ਨਹੀਂ। ਇਹਦੇ ਚ ਕੀ ਹੋਣਗੀਆਂ? ਸੰਪਾਤੀ। ਇਹਦੇ ਚ ਸਮਾਂਤਰ ਹੋਣਗੀਆਂ? ਹਾਂਜੀ। ਹਾਂ, ਇਹ ਚ ਹੋਣਗੀਆਂ। ਜੇਕਰ ਰੇਖੀ ਸਮੀਕਰਨਾਂ ਦੇ ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਸਮਾਂਤਰ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਨ ਜੋੜੇ ਦੇ ਡੈਸ਼ ਹੱਲ ਹੁੰਦੇ ਹਨ। ਸਮਾਂਤਰ ਵਿੱਚ ਕਿੰਨੇ ਹੱਲ ਹੁੰਦੇ ਹਨ? ਕੋਈ ਹੱਲ ਨਹੀਂ ਹੁੰਦਾ। ਹਾਂ, ਕੋਈ ਹੱਲ ਨਹੀਂ ਹੁੰਦਾ। ਠੀਕ ਹੈ, ਇਹ ਇੱਕ ਨੰਬਰ ਵਾਲੇ ਤੇ ਸਾਰੇ ਹੀ ਹੋ ਗਏ। ਹੁਣ ਕਿਹੜੇ ਬਚੇ? 2 ਨੰਬਰ ਵਾਲੇ। ਹਾਂਜੀ, 10.5 4-5 ਕੁਐਸਚਨ ਨਹੀਂ ਆਉਂਦੇ ਸੀ ਉਹਨੂੰ। ਇਹ ਤੇ ਦੇਖ ਉਹੀ ਕੁਐਸਚਨ ਆ ਜਿਹੜਾ ਤੈਨੂੰ ਐਕਸਰਸਾਈਜ਼ ਚ ਕਰਾਇਆ। ਕੁਐਸਚਨ ਕੱਲ ਬਣਾਈ ਸੀ ਆਪਾਂ। ਇਹ ਵੀ ਉਹੀ ਹੈ। ਦੂਸਰਾ ਵੀ ਉਹੀ ਆ। ਤੀਸਰਾ ਕੁਐਸਚਨ 9ਵਾਂ 7 ਤੇ 8 ਹੋ ਗਏ। ਹਾਂਜੀ।
7 8 हो गए, 9 10 11 12 14 रह गए। नहीं, मैं 9वां भी मैं हल कर दूंगा। इज्जत की पता करना है, संगत या असंगत, 9वां भी मैं हल कर दूंगा। अभी मैं कराता हूँ ਯਾਰ ਜੇ ਤੁਸੀਂ ਬਸ ਕੀ ਦੇਖਣਾ a1 ਬਟਾ b1 ਇਹਦੀ ਹਲੇ ਐਕਸਰਸਾਈਜ਼ ਨਹੀਂ ਨਾ ਕੀਤੀ ਆਪਾਂ, ਹੋਰ ਤੇ ਕੁਝ ਨਹੀਂ, ਫਿਰ ਹਾਂਜੀ, ਤਾਂ ਗੱਲ ਆਂਦੀ। ਸੌਰੀ 9वां a1 भी हल ਬਟਾ हो जाऊगा, a2 3 क्वेश्चन b1 हो ਬਟਾ जाएंगे। b2 ਤੇ c1 ਬਟਾ c2। C2। ਹੁਣ ਜਿੱਦਾਂ ਇਹ ਕੁਐਸਚਨ ਆ 3 ਬਟਾ 2 ਇਕੁਅਲਸ ਟੂ 2 ਬਟਾ -3 ਇਕੁਅਲਸ ਟੂ 5 ਬਟਾ 7, ਮਤਲਬ ਤਿੰਨੋਂ ਇਕੁਅਲ 7। ਨਹੀਂ ਹੈ। ਕੀ ਹੈ ਮਤਲਬ, ਇਹਦਾ ਹਾਂਜੀ, ਮਤਲਬ ਕੀ ਹੈ? ਇਹ ਕੀ ਹੈ? ਸੰਗਤ, ਸੰਗਤ ਹੈ ਨਾ। ਹਾਂਜੀ, ਹਾਂਜੀ। ਜਿਹੜਾ ਕੋਈ ਹੱਲ ਨਹੀਂ ਉਹ ਵੀ ਸੰਗਤ, ਜਿਹੜੇ ਪੈਰਲਲ ਆ ਉਹ ਵੀ ਸੌਰੀ ਜਿਹੜੀ ਸੰਪਾਤੀ ਆ नहीं, जिन्हों दे हल ਹਾਂ वो संगत, ਇਨਫਾਈਨਾਈਟ ਆ ਉਹ ਵੀ जिन्हों ਸੰਗਤ। वो भी ਠੀਕ ਹੈ, संगत, ਤੇ ਜਿਨ੍ਹਾਂ ਦਾ ਕੋਈ ਹੱਲ ਨਹੀਂ, ਨੋ ਸੋਲੂਸ਼ਨ वो ਜਦੋਂ ਆਏ ਉਦੋਂ असंगत। ਅਸੰਗਤ। ਤੇ ਨੋ ਸੋਲੂਸ਼ਨ असंगत। ਕਦੋਂ ਆਣਾ? ਇਹ ਪੈਰਲਲ ਵਾਲੀ ਸਥਿਤੀ ਕਦੋਂ ਆਣੀ? ਜਦੋਂ a1 ਬਟਾ a2 ਕੀ ਹੈ, ਮੈਨੂੰ ਦੱਸ ਕੰਡੀਸ਼ਨ ਕੀ ਹੈ ਇਹਦੀ? बराबर ते AC बटा AC2 नॉट बराबर है B1 दे, B1 बटा B2 दे। ਤੇ ਇਹਦੀ ਸਥਿਤੀ, ਇਹਦੀ ਕੰਡੀਸ਼ਨ ਕੀ ਹੈ ਇਹਦੀ ਪੈਰਲਲ ਦੀ, पैरेलल दी ਸੰਪਾਤੀ ਦੀ? संपाति दी कंडीशन हैगी है A1 बटा A2 इक्वल टू B1 बटा B2 इक्वल टू C1 बटा C2। ਹਾਂ, ਜਦੋਂ मतलब ਤਿੰਨੋਂ ਹੀ तीन ही ਬਰਾਬਰ ਹੋਣ। बराबर। ਤੇ ਜਦੋਂ ਇਹ ਪਹਿਲੀ ਉਹ ਬਰਾਬਰ ਨਾ ਹੋਏ ਤੇ ਉਦੋਂ ਆ ਜਾਂਦਾ ਵਾ ਯੂਨੀਕ। ਜਦੋਂ एक ਤਿੰਨੇ हल। ਬਰਾਬਰ होण मतलब को इंसिडेंट, फिर भी अनेक हल। संगत आनी है। हाँ जी, ठीक है। हाँ जी। ਹੁਣ ਜਿਸ ਤਰ੍ਹਾਂ ਆਇਆ ਵਾ, ਇਹਦਾ ਮਤਲਬ ਕੀ ਹੈ? 2/4 ਇਕੁਅਲਸ ਟੂ -3 ਬਟਾ -6 ਇਕੁਅਲਸ ਟੂ 8/9। ਹੁਣ हाँ देखो जी, ਇਹ ਤੇ ਬਰਾबर है 1/2 ਤੇ 1/2, इसका मतलब क्या है? पर ਇਹ बराबर नहीं है। हाँ जी। की है फिर? और समांतर। समांतर। ਇਹ ਸਮਾਂਤਰ ਆ, ਇਹ ਤੁਹਾਡੀ ਕੱਟਦੀਆਂ ਰੇਖਾਵਾਂ ਵਾ। ਸੌਰੀ, ਸੰਗਤ ਤੇ ਅਸੰਗਤ ਦੱਸਣਾ ਨਾ, ਤੇ ਇਹ ਕੀ ਹੈ ਫਿਰ? असंगत। असंगत। ये कितना आया अब? 5 by -10 इक्वल्स टू, बोलो। एक मिनट, -10 बाय 6 इक्वल टू 11 बाय -22। हाँ, ये देख सारे 1/2 1/2 1/2 1/2 यानी संपाति माइनस संगत। 1/2 है ना। हाँ जी, माइनस भी संगत आ है, जाऊगा ये। मतलब है कि है संपाति है। संगत। संपाति हाँ का जी, मतलब की है? संगत। संगत। ठीक है, तो लास्ट रह गया चौथा। ये देखो अगर 4/3 4/3 बटा 2 इक्वल्स टू 2/3 इक्वल्स टू 8/12। अच्छा, ਇਹ ਤੇ 2 ਹੀ ਹੈ, ਇਹ ਵੀ 3 ਹੀ ਹੈ, ਤੇ ਇਹ हाँ ਕਿੰਨਾ जी, ਆਇਆ? ਇਹ ਆਇਆ 8/3, यानी कि 8/3 इक्वल्स टू 2 बटा नहीं 8/3 नहीं, ਇਹ ਵੀ 2/3 ही आया है ना। 4/, हाँ ਇਹ देखो ना 4/3 इंटू 2 हो गया ना। हाँ जी, हाँ जी। 4/3 बटा थल्ले च बटा च 2 ਸੀ ਤੇ 2 ਹੋ ਗਿਆ, ਤੇ 2/3 ਇਹ हाँ ਆ ਗਿਆ। जी, ਇਹਦਾ ਮਤਲਬ ਕੀ ਹੈ? हाँ जी। वो संपाति यानी मतलब बराबर आ सारे ही है। हाँ ते बराबर है, तो संपाति संपाति है, संपाति मतलब संगत, संगत। मतलब कि इनफाइनाइट सॉल्यूशन है ना। हाँ जी, 10वां भी तो कर लेगा, हाँ जी। 10वां क्योंकि भी उन्होंने की करूँगा। किया वा समांतर ਹਨ ते जा संपाति ਹਨ कि संपाति कटदियां, हैं जा काटदियां हैं। सेम ही क्वेश्चन है। ठीक है, हाँ जी। 11वां भी तो कर लेगा, 12वां भी कर लेगा, ते 13वां भी कर लेगा। बस तू 14th क्वेश्चन नहीं कर सकता जिन्ना मैं हाले तक कराया। 11 12 13 सब कर सकता है।
14 ਕਿੱਦਾਂ ਹੋਊਗਾ ਹਲ? 14 ਹਲੇ ਮੈਂ ਕਰਾਉਂਗਾ, ਉਹ ਤੇ ਹਲੇ ਜੇ ਨਹੀਂ ਮੈਂ ਕਰਾਇਆ। ਸਭ ਪਹਿਲਾਂ x ਦੀ ਵੈਲਿਊ ਕੱਢ ਕੇ, ਉਹ ਮੈਂ ਕਰਾਉਂਗਾ ਹਲੇ, ਕੋਈ ਗੱਲ ਨਹੀਂ। ਠੀਕ ਹੈ 11 12 13 ਕਰ ਸਕਦਾ ਕਿ ਨਹੀਂ ਕਰ ਸਕਦਾ, ਉਹ ਦੱਸ ਮੈਨੂੰ। 11 12 13 ਮਤਲਬ p ਦੇ 11 ਹੈਗਾ p ਦੇ ਕਿਹੜੇ ਮੁੱਲਾਂ ਨਾਲ ਰੇਖੀ ਸਮੀਕਰਨ ਦੇ ਜੋੜੇ ਦਾ ਇੱਕ ਵਿਲੱਖਣ ਹੱਲ ਹੈ? ਦੱਸੋ ਵਿਲੱਖਣ ਹੱਲ ਕੀ ਹੁੰਦਾ? ਯੂਨੀਕ ਸੋਲੂਸ਼ਨ ਹੈ ਨਾ। ਹਾਂਜੀ, ਯੂਨੀਕ ਸੋਲੂਸ਼ਨ ਮਤਲਬ ਇੱਕ ਹੱਲ। ਇੱਕ ਹੱਲ ਇੱਕ ਹੱਲ ਕਦੋਂ ਹੁੰਦਾ? ਜਦੋਂ a1 ਬਟਾ b a2 ਬਰਾਬਰ ਨਹੀਂ ਹਨ। ਬਸ ਇਹ ਹੁੰਦਾ ਕੰਡੀਸ਼ਨ, ਮਤਲਬ ਇਹ ਤੇਰੇ ਕੋ ਕੀ ਹੈ? ਕੰਡੀਸ਼ਨ ਹੈ। ਹਾਂਜੀ ਹੁਣ ਇਹ ਤੂੰ ਇੱਥੇ ਪੁੱਟ ਕਰਨੀ ਹੈ, ਮਤਲਬ 4/2 not equals to p ਬਟਾ 2। 2 ਨਾਲ 2 ਕੱਟੇ ਗਏ, ਮਤਲਬ p ਕੀ ਨਹੀਂ ਹੋਣਾ ਚਾਹੀਦਾ? 4 ਨਹੀਂ ਹੋਣਾ ਚਾਹੀਦਾ। ਬਸ ਠੀਕ ਹੈ ਇਹਦਾ ਆਨਸਰ ਹੋਏਗਾ p should not be equal to 4, ਮਤਲਬ p 4 ਤੋਂ ਇਲਾਵਾ ਕੋਈ ਵੀ ਵੈਲਿਊ ਹੋ ਸਕਦੀ ਹੈ, ਪਰ 0 ਤੋਂ ਘੱਟ, 0 ਤੋਂ ਘੱਟ ਹੋ ਸਕਦੀ ਹੈ। 0 ਤੋਂ ਘੱਟ ਨਹੀਂ, ਵੈਸੇ ਹੋ ਸਕਦੀ ਹੈ, ਕਿਉਂਕਿ ਅਸੀਂ ਕੀ ਕਿਹਾ ਸੀ? a b c ਕੀ ਹੁੰਦੀਆਂ? ਵਾਸਤਵਿਕ ਸੰਖਿਆਵਾਂ ਹੁੰਦੀਆਂ ਹੈਨਾ। ਹਾਂਜੀ ਤੇ ਵਾਸਤਵਿਕ ਚ ਹਾਂਜੀ ਤੇ ਨੈਗੇਟਿਵ ਵੀ ਹੋ ਸਕਦੀ ਹੈ। ਹੋ ਹਾਂਜੀ ਸਕਦੀ ਹੈ ਕਿ ਨਹੀਂ ਹੋ ਸਕਦੀ? ਹੋ ਸਕਦੀ ਹੈ ABC ਵਾਸਤੇ। ਠੀਕ ਹੈ, ਇਹਦਾ ਮਤਲਬ ਇੱਕ ਤੇ ਹੋ ਗਿਆ। ਹੁਣ ਦੂਸਰਾ ਕੁਐਸਚਨ ਦੇਖੋ, ਬਸ ਇਹੀ ਲਿਖਣਾ ਦਾ ਆਨਸਰ ਇਹੀ ਹੋਣਾ। ਅਨੇਕ ਹੱਲ ਹੋਣਗੇ। ਅਸੀਮਿਤ ਰੂਪ ਦੇ ਅਨੇਕ ਹੱਲ ਕਦੋਂ ਆਉਂਦੇ ਆ? ਜੋ ਰੇਖਾਵਾਂ ਸੰਪਾਤੀ ਹੋਣ, ਮਤਲਬ ਬਰਾਬਰ ਹੋਣ। ਜਦੋਂ ਏਦਾਂ ਦੀਆਂ ਰੇਖਾਵਾਂ ਹੋਣ, ਤੇ ਏਦਾਂ ਦੀ ਰੇਖਾ ਦੀ ਕੰਡੀਸ਼ਨ ਕੀ ਹੁੰਦੀ ਹੈ? ਇਹ ਸੰਗਤ ਹੈ, ਤੇ ਸੰਗਤ ਦੀ ਕੰਡੀਸ਼ਨ ਕੀ ਹੁੰਦੀ ਹੈ? ਸੰਗਤ ਹਾਂ, ਤੇ ਕੰਡੀਸ਼ਨ ਕੀ ਹੈ? ਇਹ ਚ ਮੈਂ ਕੀ ਲਿਖਾਂ? ਇਕੁਅਲ ਟੂ ਤੇ ਕਿੱਥੇ ਅਨਇਕੁਅਲ ਟੂ ਪਾਵਾਂ? C1 ਬਟਾ C2 ਬਰਾਬਰ, ਮਤਲਬ ਸਾਰੇ ਬਰਾਬਰ ਆ। ਸਾਰੇ ਬਰਾਬਰ ਹੁੰਦੇ? ਹਾਂਜੀ, ਅਨੇਕ ਹੱਲ ਮਤਲਬ ਸੰਪਾਤੀ ਬਰਾਬਰ ਹੁੰਦੇ ਸਾਰੇ। ਹਾਂ ਠੀਕ ਹੈ, ਫਿਰ ਕੀ ਆਏਗਾ? k ਬਟਾ 12 equals to 3 ਬਟਾ ਫਿਰ k ਲਿਖਣਾ ਕਿ y ਲਿਖਣਾ? k ਲਿਖਣਾ ਨਾ, y ਤੇ ਲਿਖਣਾ ਨਹੀਂ। y ਤੇ x ਤੇ ਕੀ ਹੈ? ਚੱਲ, ਜੋ x ਦਾ ਕੋਫੀਸ਼ੀਐਂਟ ਹੈ k, ਜੋ x ਦਾ 12, ਫਿਰ y ਤੇ ਚੱਲ ਆ 3, 3 ਤੋਂ ਬਾਅਦ k, ਕਿਉਂਕਿ y ਤੇ ਚੱਲ ਆ। ਅੱਛਾ, ਉਸ ਤੋਂ ਬਾਅਦ ਕਿਹਦੇ ਬਰਾਬਰ ਹੈ? ਮਾਈਨਸ k ਬਟਾ k ਮਾਈਨਸ 3 ਬਟਾ k ਦੇ ਮਾਈਨਸ k ਮਾਈਨਸ ਕਟ ਹੋ ਗਿਆ। ਦੇਖੋ ਹਾਂਜੀ, ਇੱਥੋਂ ਸਕੁਅਰ ਚ ਵੈਲਿਊ ਮਿਲਦੀ k ਸਕੁਅਰ ਇਕੁਅਲਸ ਟੂ 36 ਹੈ ਨਾ। ਹਾਂਜੀ, ਇੱਥੋਂ ਐ ਮਿਲਿਆ, ਤੇ ਇੱਥੋਂ ਕੀ ਮਿਲੇਗਾ? ਇਹ k ਕਟ ਹੋ ਗਿਆ। ਹਾਂਜੀ, ਤੇ k ਮਾਈਨਸ 3 ਇਕੁਅਲਸ ਟੂ 3, ਯਾਨੀ ਕਿ k ਇਕੁਅਲਸ ਟੂ 6। ਠੀਕ ਹੈ, ਇੱਥੋਂ ਕੀ ਮਿਲਦਾ? k ਪਲੱਸ ਮਾਈਨਸ 6 ਮਿਲਦਾ ਨਾ ਇੱਥੋਂ ਤੇ। ਹਾਂਜੀ, ਕਿਉਂਕਿ ਇੱਥੋਂ k ਸਕੁਅਰ 36 ਦੇ ਬਰਾਬਰ ਆ, ਮਤਲਬ k ਕੀ ਹੈ? ਅੰਡਰ ਰੂਟ 36 ਦੇ ਬਰਾਬਰ। ਠੀਕ ਹੈ, ਤੇ ਇਹਦਾ ਮਤਲਬ ਕੀ ਇਹਦਾ ਮਤਲਬ ਕਿ k ਪਲੱਸ ਮਾਈਨਸ, ਮਤਲਬ k 6 ਆ ਰਿਹਾ ਵਾ, ਪਰ ਪਲੱਸ ਮਾਈਨਸ 6 ਵੀ ਹੋ ਸਕਦਾ, ਮਤਲਬ ਮਾਈਨਸ 6 ਵੀ ਹੁੰਦਾ k, ਤੇ ਮਾਈਨਸ 6 ਦਾ ਸਕੁਅਰ ਵੀ ਕੀ ਆਣਾ? 36 ਆਣਾ ਸੀ। ਹਾਂਜੀ। ਚਲੋ ਅਗਲਾ 13 ਕੁਐਸਚਨ ਕਰੋ, ਤੇ ਮੈਨੂੰ ਆਨਸਰ ਦੱਸ ਮੈਨੂੰ ਜਲਦੀ ਜਲਦੀ ਕਰਕੇ। ਕੁਐਸਚਨ ਤੈਨੂੰ ਪਤਾ ਇਹ ਵਾਲਾ ਕੁਐਸਚਨ ਜਿੱਥੇ ਸਾਡੇ ਕੋ ਆਨਸਰ ਆਇਆ ਨਾ, p not equals to ਕਿੰਨਾ ਆਇਆ? 2 ਤੇ 4 ਆਇਆ ਸੀ ਨਾ।
इस हाँ जी। लास्ट च एक लाइन लिखनी है कि 4 तो इलावा कोई भी वास्तविक संख्या हो सकती है। ठीक है, ठीक है, वास्तविक संख्या हो सकती है, बस ये हो लाइन लिखनी सकती है। ठीक। ਤੇ ਜਿਸ ਤਰ੍ਹਾਂ ਇਸ ਕੁਐਸਚਨ ਚ k 6 ਆਇਆ ਤੇ k +- 6 ਆਇਆ ਹੈ ਨਾ, ਤੇ ਜਿਹੜੀ ਦੋਨਾਂ हाँ ਚ जी। ਸਾਂਝੀ ਆ ਉਹੀ ਲੈਣੀ ਹੈ ਵੈਲਿਊ। ਅਲਟੀਮੇਟਲੀ ਤੁਸੀਂ -6 ਨੂੰ ਛੱਡ ਦੇਣਾ ਤੇ k = 6 ਬੋਲਣਾ। ਠੀਕ ਹੈ, ठीक है। ठीक। हले शाम जल्दी कर। कर रहा हूँ ये तो भाई नीचे सब डबल डबल रकम आ गई। तो फिर तेन सॉल्व करनी नहीं आती है। चल मैं करता, सॉल्व करनी सिखानियां पैनियां मैनू तेनू है। 3/2k - 1 -1 इक्वल्स टू 1/k - 1 इक्वल्स टू 1/2k + 1। ठीक है, 2k + 1। हाँ जी। ਹੁਣ ਇੱਕ ਇਹ ਤੇਰੇ ਕੋ ਸੈੱਟ ਹੈਗਾ ਤੇ ਇੱਕ ਤੇਰੇ ਕੋ ਇਹ ਵਾਲਾ ਸੈੱਟ ਹੈਗਾ, ਯਾਨੀ ਕਿ ਫਸਟ ਤੇਰੇ ਕੋ ਕੀ ਹੈ ठीक। 3/2k - 1 इक्वल्स टू 1/k - 1। यही है ना पहला सेट। ठीक है। हाँ जी। अच्छा, फिर की करेंगे? नाम उन्हें सुनिया ऊपर क्रॉस थल्ले गुना। क्रॉस हाँ मल्टीप्लाई जी, का नाम क्रॉस। सुनिया? हाँ जी, सुनिया। हाँ, बस इनू वो ही करना है। इनू इत्थे ले जाओ ते इनू इत्थे ले जाओ। की करोगे फिर 3 × 3 k - × 1 k - 1 इक्वल्स टू इक्वल टू 2k - 1 × 1। वन। तो इतना ही आऊगा गुना करके। हाँ, तो यह कितना आएगा? 3k - 10 इक्वल टू 2k - 1। तो कितना आ जाएगा के? सीधा दस मैनू। ਇਹ 3 ਇੱਥੇ सीधा। चल गया 2/1 तो 2 आ जाएगा। ਇੱਥੇ चल गया ना ठीक है। 3 3 - 1 2। हाँ जी। ਇਹ ਇੱਧਰ आ हाँ गया जी। 3k हाँ जी। - 2k k ਤੇ k ਕਿੰਨਾ ਆ ਗਿਆ 2। 2। ठीक। ਜਦੋਂ k 2 ਆ ਗਿਆ ਤੇ ਤੈਨੂੰ ਇਹਨੂੰ ਸੋਲਵ ਕਰਨ ਦੀ ਲੋੜ ਪਏਗੀ? ਨਹੀਂ ਪਏਗੀ। ਕਰ ਲੈਣੇ ਆ, नहीं पे। ਚਲੋ ਕਰ ਲੈਣੇ। ਇੱਥੋਂ ਇੱਥੇ 1 ਤੇ ਇਹਨੂੰ ਵੀ ਇੱਥੇ ਭੇਜ ਦਿਓ। ਕਿੰਨਾ ਆਏਗਾ 2k + 1 ਇਕੁਅਲਸ ਟੂ k - 1 ਤੇ k ਕਿੰਨਾ ਆ ਗਿਆ -2 -2 ਇੱਕ ਮਿੰਟ 2k + 1 ਤੇ -1 -2 ਹੀ ਆਇਆ। अच्छा 1 + 2 कह रहे 1 - 2 कह रहे -2 हाँ नहीं जी। आना चाहिए। 1 मिनट 2k + 1 ये देख नहीं -2 ही आंदा।
ਇੱਥੋਂ ਕੀ ਪਤਾ ਚੱਲਦਾ? ਵੈਸੇ ਇੱਕ ਮਿੰਟ ਮੈਨੂੰ ਗੱਲ ਦੱਸੀ ਇੱਕ, ਤੂੰ ਤਿੰਨੋਂ ਇਕੁਅਲ ਟੂ ਕਿਵੇਂ ਲੈ ਲੇ? ਇਹ ਤੇ ਨਾਟ ਇਕੁਅਲ ਟੂ ਹੀ ਹੈ ਨਾ, ਕੋਈ ਹੱਲ ਨਹੀਂ, ਮਤਲਬ ਕਿੱਦਾਂ ਮਤਲਬ? ਸਮਾਂਤਰ ਰੇਖਾਵਾਂ। ਸਮਾਂਤਰ ਰੇਖਾਵਾਂ ਦੀ ਕੰਡੀਸ਼ਨ ਕੀ ਹੁੰਦੀ ਹੈ? ਹਾਂਜੀ, a1/a2 is equal to b1/b2 ਇਜ਼ਕਲ ਪਰ ਟੂ not equal to ਇਜ਼ ਨੋਟ c1/c2। ਤੇ ਏ ਵਾਕਈ ਸਹੀ ਗੱਲ C2। ਹੈ। k -2 ਦੇ ਬਰਾਬਰ ਨਹੀਂ ਹੈਗਾ। k ਕਿਹਦੇ ਬਰਾਬਰ ਆ? 2 ਦੇ ਬਰਾਬਰ ਹੈ ਨਾ। 2 ਦੇ ਬਰਾਬਰ, ਹਾਂ ਹਾਂਜੀ। ਤੇ ਇਹ ਤੇ not -2 equal to ਆਊਗਾ ਆ ਨਾ, ਉਹਦਾ ਫਿਰ ਦੂਜੇ ਦਾ, ਹਨਾ। ਉਹ ਤੇ ਸੋਲਵ ਹੀ ਨਹੀਂ ਕਰਨਾ ਸੀ ਨਾ। ਇੱਥੇ ਹਾਂਜੀ, not equal to ਹੀ ਅਸੀਂ, ਵੈਸੇ ਵੀ ਇੱਥੋਂ ਹੀ ਵੈਲਿਊ ਮਿਲਣੀ ਸੀ ਤੈਨੂੰ। ਠੀਕ ਆ, ਠੀਕ ਹੈ ਨਾ, ਨਹੀਂ ਹਾਂਜੀ। ਆਈ ਸਮਝ? ਦੇਖ 3/2k ਨਹੀਂ ਆ ਗਈ ਸਮਝ ਗਿਆ। -1 ਤੇ y/2k -1 equals to and not equals to ਹੀ ਹੈ ਨਾ। 1, ਹਾਂ ਇਹਦੇ ਹਾਂਜੀ। ਬਰਾਬਰ ਨਹੀਂ ਸੀ ਪਰ ਇਹ ਬਰਾਬਰ ਸੀ। ਇੱਥੋਂ ਸਾਨੂੰ k ਚਾਹੀਦਾ ਹੈ, k ਆ ਗਿਆ 2, ਬਸ 2 ਇਹ ਆਨਸਰ ਹੋ ਬਰਾਬਰ ਗਿਆ। ਹੋ ਗਿਆ। ਠੀਕ ਹੈ, ਓਕੇ। ਹੁਣ ਇਹ ਖਤਮ ਹੋਏ ਨਾ, ਕੱਲ ਤੀਜੇ ਚੈਪਟਰ ਖਤਮ ਕਰ ਦੇਣਾ ਮੈਂ। ਬਸ ਤੈਨੂੰ ਇਹ ਸੋਲਵ ਕਰਨੇ ਸਿਖਾਣੇ ਆ, ਹਾਂਜੀ, ਇਹ ਵਾਲੇ ਕਿਸ ਤਰ੍ਹਾਂ ਸੋਲਵ ਕਰਦੇ ਆ, ਫਿਰ ਇਹ ਚੈਪਟਰ ਖਤਮ ਹੋਏ ਨਾ, ਫਿਰ ਨਾ ਅਸੀਂ ਚੌਥਾ ਠੀਕ ਆ। ਚੈਪਟਰ ਕਰਾਂਗੇ, ਫਿਰ ਪੰਜਵਾਂ ਕਰਾਂਗੇ, ਸ਼ਾਇਦ ਫਿਰ ਅਜੇ ਇਹ ਵੀ ਛੇਵਾਂ। ਮੈਂ ਸੋਲਵ ਕੀਤੇ ਹੋਏ ਆ, ਇਸ ਵਾਰੀ ਮੈਂ ਹੱਲ ਕੀਤੇ ਹੋਏ ਆ ਸ਼ਾਇਦ। ਹਾਂਜੀ, ਇਹਨਾਂ ਨੂੰ ਮੈਂ ਹੱਲ ਕੀਤਾ ਹੋਇਆ। ਹਾਂ ਵਧੀਆ ਗੱਲ ਹੈ ਜੇ ਕਿਤੇ ਆ ਤੇ। ਇਹਦੇ ਹਾਂਜੀ, 3 ਮੈਥਡ ਹੁੰਦੇ ਆ, ਇੱਕ ਸਬਸਟੀਟਿਊਸ਼ਨ, ਇੱਕ ਐਲੀਮੀਨੇਸ਼ਨ ਤੇ ਇੱਕ ਕ੍ਰੋਸ ਹਾਂਜੀ, ਮਲਟੀਪਲੀਕੇਸ਼ਨ। ਹਾਂਜੀ। ਫਿਰ ਮੈਂ ਹੱਲ ਕੀਤਾ ਹੋਇਆ। ਫਿਰ ਇਹਦਾ ਪੰਜਾਬੀ ਚ ਇੱਕ ਵਿਲੋਪਨ ਵਿਧੀ, ਵਿਸਥਾਪਨ ਵਿਧੀ ਤੇ ਇੱਕ ਹੈਗੀ ਆ ਸਬਸਟੀਟਿਊਸ਼ਨ, ਪ੍ਰਤਿਸਥਾਪਨ ਵਿਧੀ। ਇਹੀ ਐਲੀਮੀਨੇਸ਼ਨ ਤੇ ਕ੍ਰੋਸ ਮਲਟੀਪਲੀਕੇਸ਼ਨ, ਤੇ ਇੱਕ ਹੁੰਦੀ ਰਿਡਿਊਸ ਕਰਨੀ। ਤੇ ਕ੍ਰੋਸ ਮਲਟੀਪਲਾਈ ਤਾਂ ਉਹ ਤਾਂ ਕੱਟੀ ਗਈ ਆ ਸਿਲੇਬਸ ਚੋਂ। ਅੱਛਾ 3 ਵਿਧੀ ਕਰਨੀਆਂ ਬਸ। 3 ਨਹੀਂ, ਫਿਰ 2 ਹੀ ਵਿਧੀਆਂ। ਕ੍ਰੋਸ ਮਲਟੀਪਲੀਕੇਸ਼ਨ ਜੇ ਕੱਟੀ ਗਈ ਹੈ ਨਾ, ਤੇ ਫਿਰ 2 ਹੀ ਹਾਂਜੀ, ਵਿਧੀਆਂ। ਇਹ ਤੇ ਸਗੋਂ ਮਤਲਬ ਵੈਸੇ ਹੀ ਹੈ, ਜੇ ਇਹ ਕੱਟੀ ਗਈ ਹੈ ਹਾਂਜੀ। ਤੇ ਫਿਰ ਇਹ ਤੇ ਇਹ ਬਚ ਗਈਆਂ ਬਸ। ਠੀਕ ਹੈ, ਤੇ ਇਹ ਤੁਹਾਨੂੰ 5 ਮਿੰਟ ਦਾ ਕੰਮ ਆ ਬਸ। ਹਾਂਜੀ ਕੀਤੇ ਹੋਏ ਹੱਲ, ਬਾਕੀ ਜਲਦੀ ਸਮਝ ਲੱਗ ਜੂਗੀ। ਹਾਂ ਚਲੋ ਠੀਕ ਹੈ, ਠੀਕ ਹੈ। ਤੇ ਫਿਰ ਹਾਂਜੀ, ਹੋਰ ਤੇਰੇ ਚੈਪਟਰ ਕੀ ਹੈ ਹਿਸਾਬ ਕਿਤਾਬ? ਆ ਦੇਖੋ ਨਾ, 3 ਨੰਬਰ ਆ ਜਾਣਗੇ ਨਾ। ਹਾਂਜੀ, ਦੇਖੋ ਇਹ ਤੇ ਪੱਕਾ ਕਲੀਅਰ ਮੈਂ ਕਰਾਤਾ ਹੈ ਨਾ। ਮੈਂ ਟੈਸਟ ਨਹੀਂ ਲੈ ਰਿਹਾ, ਮੇਰੀ ਗਲਤੀ ਹੈ, ਹਾਂਜੀ। ਪਰ ਦੇਖ ਲਓ। ਮੇਰੇ ਕੋਲ ਵੀ ਟਾਈਮ ਨਹੀਂ ਹੁੰਦਾ। ਮੈਂ ਦੱਸੋ ਕੀ ਕਰਾਂ ਹਾਲੇ ਮੇਰੇ ਕੋਲ ਜੇ ਜ਼ਿਆਦਾ ਸਮੇਂ ਹੁੰਦਾ ਫਿਰ ਮੈਂ ਟੈਸਟ ਵੀ ਲੈਂਦਾ। ਉਹ ਮੈਂ ਦੇਖਾਂਗਾ ਜਦੋਂ ਸਿਲੇਬਸ ਕਰਾ ਦਾਂਗਾ। ਮੈਨੂੰ ਤੇ ਏਦਾਂ ਵਾ ਕਿ ਸਿਲੇਬਸ ਮੈਂ ਪੂਰਾ ਕਰਾ ਦਾਂ ਕਿ ਤੁਸੀਂ ਕਰ ਲਓ, ਹੈ ਨਾ। ਇਹ ਤੁਹਾਨੂੰ ਮੈਂ ਕਰਾਤਾ, ਇਹ ਵੀ ਮੈਂ ਕਰਾਤਾ, ਇਹ ਵੀ ਹਾਂਜੀ, ਬਸ ਇਹ ਵੀ ਹੋਏ ਨਾ, ਕੱਲ ਹੋਏ ਨਾ, ਠੀਕ ਹੈ। ਫਿਰ ਹਾਂਜੀ, ਉਸ ਤੋਂ ਬਾਅਦ ਅਸੀਂ ਇਹ ਵਾਲੇ ਚੈਪਟਰ ਕਰਾਂਗੇ, ਹਾਂਜੀ। ਮੇਨ ਚੈਪਟਰ। ਠੀਕ ਹੈ, ਮੇਨ ਪੜਾਵਾਂਗੇ ਠੀਕ ਹੈ, ਤੁਹਾਨੂੰ ਮੈਂ, ਜਿਹੜੇ ਜ਼ਿਆਦਾ ਨੰਬਰ ਦੇ ਉਹ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਕਿਹੜਾ ਪੜਾਵਾਂ ਇਸ ਤੋਂ ਬਾਅਦ? ਇਸ ਚਲੋ ਤੋਂ ਬਾਅਦ ਪਹਿਲਾਂ ਇਹ ਤਿਕੋਣਮਿਤੀ ਤੇ ਕੁਝ ਉਪਯੋਗ, ਯਾਨੀ ਜਿਹੜੇ ਕੋਸ ਵਾਲੇ ਹੈਗੇ ਆ। 8ਵਾਂ ਚੈਪਟਰ। ਉਹ ਨਹੀਂ ਸਮਝ ਲੱਗਣੀ, ਬਾਕੀ ਤਾਂ ਸਮਝ ਮਤਲਬ ਕਲਾਸ ਚ। ਹਾਂਜੀ 8ਵਾਂ ਨਹੀਂ, ਤਿਕੋਣਮਿਤੀ। ਹਾਂ 8ਵਾਂ ਹੀ ਆ ਤਿਕੋਣਮਿਤੀ, ਠੀਕ ਆ। ਠੀਕ ਹੈ, ਇਹ ਪੜਾ ਦਾਂਗਾ ਜੇ ਤੇ ਉਸ ਤੋਂ ਕੋਸ ਬਾਅਦ, ਦਿੱਤੇ ਹੋਏ ਆ, ਕੋਸ। ਹਾਂਜੀ, ਠੀਕ ਹੈ। ਇਹੀ ਨਵਾਂ ਹੈ ਬਸ। ਹਾਂਜੀ, ਚਲੋ ਠੀਕ। ਹੁਣ ਫਿਰ ਤੁਹਾਨੂੰ ਕੱਲ ਤੇਰਾ ਤੀਜਾ ਚੈਪਟਰ ਖਤਮ ਹੋ ਜਾਏਗਾ, ਤੇ ਫਿਰ ਇਹ ਦੇਖਾਂਗੇ। ਹਾਂਜੀ। ਕੱਲ ਮੈਂ ਕੋਸ਼ਿਸ਼ ਕਰਾਂਗਾ ਸਵੇਰੇ ਕਲਾਸ ਲਵਾਂ ਕਿ ਨਹੀਂ,
ਕਿ ਟੈਸਟ ਦਾ ਪੜ੍ਹਨਾ? ਸਵੇਰੇ ਜੇ ਟੈਸਟ ਦਾ ਪੜ੍ਹਨਾ ਆ, ਤਿਆਰ ਕਰਨਾ ਉਹ ਵੀ। ਅੱਛਾ ਕੋਈ ਗੱਲ ਕਰ ਲਓ ਫਿਰ। ਕੱਲ ਮੈਨੂੰ ਜੇ ਸਮੇਂ ਲੱਗਾ ਫੇਰ ਹੀ ਕਲਾਸ ਹੋਏਗੀ, ਫਿਰ ਪਰਸੋਂ ਤੋਂ ਮੈਂ ਕੋਸ਼ਿਸ਼ ਕਰਾਂਗਾ ਸਵੇਰੇ, ਕਿਉਂਕਿ ਤੁਹਾਡਾ ਇਸ ਟਾਈਮ ਨੈਟ ਨਹੀਂ ਚੱਲਦਾ ਕਿਸੇ ਦਾ। ਹਾਂਜੀ ਇਸ ਟਾਈਮ ਜੀ ਨੈਟ ਦਾ ਪ੍ਰੋਬਲਮ ਬਹੁਤ ਹੁੰਦੀ ਹੈ। ਹੁਣ ਦੇਖ ਫਿਰ 11 ਵਜੇ ਨੈਟ ਚੱਲਣ ਲੱਗ ਪਿਆ। ਸੋ ਗਏ ਹੋਣੇ ਨਾ ਪਿੰਡਾਂ ਵਾਲੇ? ਹਾਂਜੀ ਸੋ ਗਏ ਹੋਣੇ ਹੁਣ ਤਾਂ ਹੀ ਨੈਟ ਚੱਲ ਰਿਹਾ ਹੁਣ। ਉਹ ਥੋੜੀ ਕਵਰੇਜ ਦੀ ਗੱਲ ਹੁੰਦੀ ਹੈ, ਹੋਰ ਤੇ ਕੋਈ ਗੱਲ ਨਹੀਂ ਹੁੰਦੀ। ਹਾਂਜੀ ਚਲੋ ਇਹਨੂੰ ਸਟਾਪ ਕਰੀਏ ਰਿਕਾਰਡਿੰਗ। ਓਕੇ।